ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਹਰ ਬਰਨ ਜਾਤ, ਹਰ ਪਾਤ ਨਿਹ ਨਹਿਨ ਜਿਹ। ਰੂਪ ਰੰਗ ਹਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਣ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸਮਤ। ਨਮਸਕਾਰ ਸ੍ਰੀ ਖੜਗ ਕੋ, ਕਰੋ ਸੋਹਿਤ ਚਿਤ ਲਾਏ। ਪੂਰਨ ਕਰੋ ਗਿਰੰਥ ਇਹ, ਮੋਹਿ ਤੁਮ ਕਰਹੁ ਸਹਾਏ। ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਨੇ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ। ਏਕ ਚਿਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਮੁਖ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕ੍ਰਿਸ਼ਨ ਓ ਬਿਸ਼ਨ ਜਪੇ ਤੋਹਿ ਕੋਟਿਕ, ਰਾਮ ਰਹੀਮ ਭਲੀ ਬਿਦ ਧਿਆਇਓ। ਬ੍ਰਹਮ ਜਪਿਓ ਅਰ ਸੰਭ ਥਪਿਓ, ਤਿਹ ਤੇ ਤੋਹਿ ਕੋ ਕਿਨਹੂ ਨਾ ਬਚਾਇਓ। ਕ੍ਰਿਸ਼ਨ ਓ ਬਿਸ਼ਨ ਜਪੇ ਤੋਹਿ ਕੋਟਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ
ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਬਾਣੀ ਸਰੂਪ ਬਾਣੀ ਕੇ ਬੋਹਿਥ, ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਪਿਆਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਤ ਸੰਗਤ ਕਰਕੇ ਇਸ ਮਨੁੱਖ ਜਨਮ ਦੇ ਸਮੇਂ ਦਾ ਲਾਹਾ ਲੈ ਰਹੇ ਹੋ। ਗੁਰੂ ਮਹਾਰਾਜ ਜੀ ਦੀ ਧੁਰ ਕੀ ਬਾਣੀ ਦੇ ਜਾਪ ਸੰਧਿਆ ਦੇ ਸਮੇਂ ਤੋਂ ਹੀ ਸੋਧਦਾ ਰਹਿਰਾਸ ਸਾਹਿਬ ਦੇ ਆਪ ਜੀ ਕਰ ਰਹੇ ਸਨ। ਉਪਰੰਤ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ, ਅਰਦਾਸ ਵਿੱਚ ਜੁੜੇ ਹੋ, ਗੁਰੂ ਕੇ ਸਿਮਰਨ ਵਿੱਚ ਜੁੜ ਕੇ ਲਾਹਾ ਲਿਆ ਹੈ। ਉਸ ਤੋਂ ਉਪਰੰਤ ਹੀ ਜੋ ਗੁਰੂ ਮਹਾਰਾਜ ਜੀ ਦੀ ਬਚਿੱਤਰ ਨਾਟਕ ਬਾਣੀ ਦੀ ਕਥਾ ਆਪਾਂ ਲੜੀਵਾਰ ਰੂਪ ਵਿੱਚ ਹੀ ਕੁਝ ਦਿਨਾਂ ਤੋਂ ਪ੍ਰਾਰੰਭ ਕੀਤੀ ਹੈ। ਹੁਣ ਉਸ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ। ਜਿਵੇਂ ਕਲਗੀਧਰ ਪਿਤਾ ਮਹਾਰਾਜ ਜੀ ਨੇ ਉਹ ਜੋ ਸ੍ਰੀ ਕਾਲ ਮਹਾਨ ਸ਼ਕਤੀ ਵਾਲਾ, ਸਭ ਦਾ ਕਾਲ ਕਰਨ ਵਾਲਾ ਮਹਾਕਾਲ ਵਾਹਿਗੁਰੂ ਹੈ, ਉਹਨਾਂ ਦੀ ਉਸਤਤ ਕਰਦੇ ਹੋਏ ਗੁਰੂ ਸਾਹਿਬ ਜੀ ਬਾਣੀ ਵਿੱਚ ਪਹਿਲੇ ਅਧਿਆਏ ਵਿੱਚ ਛੰਦਾਂ ਦੇ ਰਾਹੀਂ ਉਸ ਮਹਾਕਾਲ ਦੀ ਉਸਤਤ ਕਰ ਰਹੇ ਹੈ। ਜਿਵੇਂ 96 ਛੰਦ ਹੋ ਚੁੱਕੇ ਹਨ, ਜਿਸ ਵਿੱਚ ਮਹਾਰਾਜ ਜੀ ਨੇ ਸਾਰੇ ਅਵਤਾਰਾਂ ਦਾ बड़े बड़े बलि रावण से मह रावण से कट कानों से पल बीच पछारे, एडे बलि ਜਿਹੜੇ ਉਸ ਮਹਾਕਾਲ ਨੇ ਚਬਾ ਲਏ ਖਾ ਲਏ ਹੈ। ਗੁਰੂ ਮਹਾਰਾਜ ਕਹਿੰਦੇ ਹੈ ਵੀ ਉਸ ਕਾਲ ਤੋਂ ਜੇ ਕੋਈ ਭੱਜ ਕੇ ਬਚਣਾ ਚਾਹੇ ਵੀ ਮੈਂ ਬਚ ਜਾਵਾਂ, ਦੱਸੋ ਵੀ ਉਹ ਕਿਸ ਕੁੰਡ ਵਿੱਚ ਭੱਜ ਕੇ ਜਾਏਗਾ, ਕਿੱਥੇ ਜਾਏਗਾ ਉਹ? ਕਿਉਂਕਿ ਜਿਹੜਾ ਮਹਾਕਾਲ ਹੈ ਉਹ ਤਾਂ ਅੱਗੇ ਹੀ ਆਪਣੀ ਭਿਆਨਕ ਤਲਵਾਰ ਲੈ ਕੇ ਖੜਾ ਹੈ। ਜਿੱਥੇ ਵੀ ਨੱਸ ਕੇ ਜਾਈਏ ਪਹਿਲਾਂ ਹੀ ਸੱਜ ਫੱਬ ਰਿਹਾ ਹੈ। ਐਸਾ ਕੋਈ ਵੀ ਬਲੀ ਨਹੀਂ ਹੈ ਜਿਹੜਾ ਇਹ ਗੱਲ ਦੱਸ ਕੇ ਗਿਆ ਹੋਵੇ ਦਾਵ ਘਾਵ ਉਹ ਪਾਓ ਯਤਨ ਕਿ ਉਸ ਕਾਲ ਤੋਂ ਬਚਿਆ ਜਾ ਸਕੇ। ਤਾਂ ਮਹਾਰਾਜ ਕਹਿੰਦੇ ਜਾ ਤੇ ਛੂਟੀਏ ਮੂੜ ਕਹੂੰ, ਆ ਜਿਸ ਮੂਰਖ ਹੈ ਜੀਵ, ਜਿਸ ਕਾਲ ਤੋਂ ਕਦੀ ਛੁੱਟ ਹੀ ਨਹੀਂ ਸਕੀਦਾ, ਬਚ ਹੀ ਨਹੀਂ ਸਕੀਦਾ। ਹੱਸ ਤਾਕੀ ਨਾ ਕਿਉਂ ਸਰਨਾਗਤ ਜਈਐ, ਕਿਉਂ ਨਾ ਹੱਸ ਕੇ ਉਹਦੀ ਸ਼ਰਨ ਵਿੱਚ ਚਲੇ ਜਾਈਏ, ਭਾਵ ਉਹਨੂੰ ਧਿਆਈਏ, ਉਹਦਾ ਸਿਮਰਨ ਕਰੀਏ, ਜਿਸ ਕਰਕੇ ਅਸੀਂ ਅਮਰ ਅਬਿਨਾਸੀ ਹੋ ਸਕਦੇ ਹਾਂ। ਗੁਰੂ ਸਾਹਿਬ ਜੀ ਨੇ ਜਿਹੜੀ ਸ਼ਬਦ ਹਜ਼ਾਰੇ ਬਾਣੀ ਵਿੱਚ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਹੀ ਅੰਕਿਤ ਰਾਮਕਲੀ ਪਾਤਸ਼ਾਹੀ ਦਸਵੀਂ, ਉਹਦੇ ਵਿੱਚ ਗੁਰੂ ਜੀ ਨੇ ਬੜਾ ਖੁਲਾਸਾ ਕੀਤਾ ਹੈ ਅਵਤਾਰਵਾਦ ਦਾ। ਪਹਿਲੇ ਮੰਡਨ ਕਰਕੇ ਫਿਰ ਖੰਡਨ ਕਰਕੇ ਉੱਥੇ ਗੁਰੂ ਜੀ ਨੇ ਮਹਾਕਾਲ ਦੀ ਉਸਤਤੀ ਕਰਦੇ ਕਿਹਾ ਹੈ, ਬਿਨ ਕਰਤਾਰ ਨਾ ਕਿਰਤਉ ਮਾਨੋ, ਆਦ ਅਜੂਨ ਅਜੈ ਅਬਿਨਾਸੀ ਤੇ ਪਰਮੇਸ਼ਰ ਜਾਨੋ। ਜਿਹੜਾ ਅਜੈ ਹੈ ਪਰਮਾਤਮਾ, ਜਿੱਤਣ ਤੋਂ ਰਹਿਤ, ਅਜਨਮਾ, ਅਬਿਨਾਸੀ ਹੈ, ਉਹਨੂੰ ਪਰਮੇਸ਼ਰ ਜਾਣੋ ਭਾਈ। ਉਹਨੂੰ ਪਰਮੇਸ਼ਰ ਜਾਣਿਆ ਤੁਸੀਂ ਵੀ ਅਜੈ ਅਬਿਨਾਸੀ ਹੋ ਜਾਓਗੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੀਵ ਦੇ ਪਰਥਾਏ
ਕੀ ਦੱਸ ਰਹੇ ਹੈ ਵੀ ਤੂੰ ਕਿਹਨੂੰ ਕਿਹਨੂੰ ਧਿਆ ਰਿਹਾ ਹੈ। ਫਿਰ ਵੀ ਉਹ ਤੈਨੂੰ ਉਸ ਮਹਾਂਕਾਲ ਤੋਂ ਬਚ ਨਹੀਂ ਸਕਦਾ, ਉਹ ਨਹੀਂ ਬਚਾ ਸਕਦੇ। ਤੇਰਾ ਧੇਲੇ ਜਿੰਨਾ ਵੀ ਕੋਈ ਕੌਡੀ ਜਿੰਨਾ ਵੀ ਉਹ ਕੰਮ ਨਹੀਂ ਕੱਢ ਸਕਦੇ ਜਿਨ੍ਹਾਂ ਨੂੰ ਤੂੰ ਜਪਦਾ ਹੈ। ਜਿਵੇਂ ਭਗਤ ਨਾਮਦੇਵ ਜੀ ਨੂੰ ਇੱਕ ਦਿਨ ਪੰਡਤ ਨੇ ਕਿਹਾ ਸੀ, ਕਹਿੰਦੇ ਵੀ ਨਾਮਦੇਵ ਤੂੰ ਸ਼੍ਰੀ ਰਾਮ ਚੰਦਰ ਭਗਵਾਨ ਨੂੰ ਮੰਨਿਆ ਕਰ, ਤੂੰ ਸ਼ਿਵ ਜੀ ਦਾ ਜਾਪ ਕਰ। ਨਾਮਦੇਵ ਭਗਤ ਜੀ ਮਨਾ ਕਰਦੇ ਸਨ, ਜਿਹਦਾ ਕਹਿੰਦਾ ਉਹ ਕਿਆ ਕਰੇ, ਤੂੰ ਗਾਇਤਰੀ ਮੰਤਰ ਪੜ੍ਹਿਆ ਕਰ। ਅਤੇ ਉਸ ਵੇਲੇ ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਉਚਾਰਿਆ, ਕਹਿੰਦੇ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ। ਅੱਜ ਕਹਿੰਦੇ ਨਾਮਦੇਵ ਨੇ ਬੀਠਲ ਕਹੀਏ ਭਗਵਾਨ ਦੇਖਿਆ ਹੈ, ਪਰਮਾਤਮਾ ਆਪ। ਇਹ ਮੂਰਖ ਪਾਂਡੀ ਨੂੰ ਸਮਝਾ ਰਹੇ ਆ, ਇਹ ਕਹਿੰਦਾ ਉਹਨੂੰ ਜਪ ਲਈਏ, ਉਹਨੂੰ ਜਪ ਲਓ। ਅਤੇ ਉੱਥੇ ਭਗਤ ਜੀ ਨੇ ਸ਼ਬਦ ਵਿੱਚ ਬੜਾ ਖੁਲਾਸਾ ਕੀਤਾ ਹੈ। ਭਾਵ ਭਗਤਾਂ ਨੇ ਵੀ ਮਹਾਂਕਾਲ ਨੂੰ ਧਿਆਇਆ ਹੈ, ਜਿਹਨੂੰ ਜਪ ਕੇ ਕੇਵਲ ਮੁਕਤੀ ਪਾ ਲਈ ਦੀ ਹੈ। ਸਤਿਗੁਰੂ ਮਹਾਰਾਜ ਜੀ ਮਹਾਂਕਾਲ ਦਾ ਜਾਪ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਸਾਨੂੰ ਉਪਦੇਸ਼ ਕਰ ਰਹੇ ਹੈ। ਬਚਿੱਤਰ ਨਾਟਕ ਦੇ ਬਾਣੀ ਦੇ ਰਾਹੀਂ ਸਮੂਹ ਖਾਲਸੇ ਨੂੰ ਹੀ ਉਸ ਵੇਲੇ ਜੋ ਸਿੱਖਿਆ ਦਿੱਤੀ ਉਹੀ ਸਾਡੇ ਰਾਹੀਂ ਸਿੱਖਿਆ ਹੈ। ਆਓ ਆਪਾਂ ਗੁਰੂ ਮਹਾਰਾਜ ਜੀ ਦੇ ਬਚਨਾਂ ਦੀ ਵਿਚਾਰ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਉਸ ਮਹਾਂਕਾਲ ਅਕਾਲ ਪੁਰਖ ਦਾ ਨਾਮ ਜਪਦੇ ਹੋਏ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕ੍ਰਿਸ਼ਨ ਓ ਬਿਸ਼ਨ ਜਪੇ ਤੋਹਿ ਕੋਟਿਕ। ਗੁਰੂ ਮਹਾਰਾਜ ਕਹਿ ਰਹੇ ਹੈ ਜੀਵ, ਤੋਹੇ ਕਹੀਏ ਤੈਨੂੰ ਜਾਂ ਤੈਨੇ ਜਾਂ ਤੂੰ। ਆ ਤੂੰ ਵੇਖ ਲਾ ਵੀ ਜੋ ਜਿਹਨੂੰ ਤੂੰ ਮਹਾਦੇਵਤਾ ਮੰਨਿਆ ਵਿਸ਼ਨੂੰ ਜੀ ਨੂੰ, ਉਹਦੇ ਵੀ ਤੂੰ ਕਰੋੜਾਂ ਹੀ ਜਿਹੜੇ ਨਾਮ ਲੈ ਕੇ ਜਪੇ ਹੈ। ਉਹਦੇ ਵਿਸ਼ਨੂੰ ਜੀ ਦੇ ਵੀ ਨਾਮ ਜਪਦਾ ਹੈ। ਭਗਵਤੇ ਵਾਸੁਦੇਵਾਏ, ਭਗਵਤੇ ਵਾਸੁਦੇਵਾਏ, ਮਹਾਵਿਸ਼ਨੂੰ ਮਹਾਵਿਸ਼ਨੂੰ। ਫਿਰ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕਰਕੇ ਨਾਮ ਜਪਦਾ ਹੈ ਤੂੰ। ਕਿੰਨੇ ਤੇ ਤੋਹੇ ਕੋਟਿਕ ਕਰੋੜਾਂ ਦੇਵਤਿਆਂ ਦੇ ਨਾਮ ਜਪੇ ਹੈ ਤੈਨੇ। ਰਾਮ ਰਹੀਮ ਭਲੀ ਬਿਦ ਧਿਆਇਓ। ਫਿਰ ਰਾਮ ਜੀ ਦਾ ਨਾਮ, ਰਹੀਮ ਜੋ ਰਹਿਮ ਦਿਲ ਵਾਲੇ ਰਸੂਲ ਹੈ ਪੈਗੰਬਰ, ਉਹਨਾਂ ਦੇ ਵੀ ਨਾਮ ਭਲੀ ਚੰਗੀ ਵਿਧੀ ਨਾਲ ਚੰਗੇ ਢੰਗ ਨਾਲ ਮਰਿਆਦਾ ਪੁਰਸ਼ੋਤਮ ਹੋ ਕੇ ਧਿਆਉਂਦੇ ਹਾਂ ਧਿਆਏ ਹਨ। ਬ੍ਰਹਮ ਜਪਿਓ ਅਰ ਸੰਭ ਥਪਿਓ। ਫਿਰ ਬ੍ਰਹਮਾ ਦਾ ਜਾਪ ਵੀ ਤੂੰ ਕੀਤਾ ਹੈ। ਬ੍ਰਹਮਾ ਨੂੰ ਤੂੰ ਬ੍ਰਹਮ ਸਮਝ ਕੇ ਵੀ ਵਿਆਪਕ ਹੈ ਬ੍ਰਹਮਾ ਜੀ। ਆ ਪੁਰਾਣਾ ਵਿੱਚ ਜਿਹੜੀ ਕਥਾ ਲਿਖੀ ਹੈ, ਜਿਹੜੇ ਦੇਵਤੇ ਦੀ ਕਥਾ ਲਿਖੀ ਹੈ, ਫਿਰ ਉਸ ਨੂੰ ਉੱਪਰ ਜਣਾਇਆ, ਦੂਜਿਆਂ ਨੂੰ ਥੱਲੇ ਕੀਤਾ ਹੈ। ਕਿਸੇ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ, ਕਿਸੇ ਨੇ ਵਿਸ਼ਨੂੰ ਜੀ ਨੂੰ ਸ੍ਰਿਸ਼ਟੀ ਦਾ ਕਰਤਾ, ਅਤੇ ਕਿਸੇ ਨੇ ਸ਼ਿਵ ਜੀ ਨੂੰ ਕਲਿਆਣ ਸਰੂਪ ਮੰਨਿਆ ਹੈ। ਉਹ ਜਿਹਦਾ ਪੁਰਾਣ ਵਿੱਚ ਲਿਖਿਆ ਫਿਰ ਉਹਦਾ ਹੀ ਉੱਚਤਾਈ ਦਿਸੀ ਹੈ, ਦੂਸਰਿਆਂ ਦੀ ਹੀਣਤਾ ਕੀਤੀ ਹੈ। ਇਵੇਂ ਬ੍ਰਹਮਾ ਨੂੰ ਵੀ ਤੂੰ ਜਪਿਆ ਹੈ, ਉਹਦਾ ਵੀ ਜਾਪ ਕੀਤਾ ਬ੍ਰਹਮ ਬ੍ਰਹਮ ਕਹਿ ਕੇ। ਸੰਭ ਥਪਿਓ, ਸੰਭ ਜੋ ਸਵਯੰਭੂ ਖਵਾਉਂਦੇ ਆ ਸ਼ਿਵ ਜੀ ਆਪਣੇ ਆਪ ਨੂੰ, ਉਹਨਾਂ ਨੂੰ ਕਲਿਆਣ ਰੂਪ ਸਮਝ ਕੇ ਤੂੰ ਉਹਨਾਂ ਦੇ ਥਪਿਓ ਕਈ ਜਾਪ ਕੀਤਾ, ਉਹਨਾਂ ਦੀ ਵੀ ਪੂਜਾ ਕੀਤੀ। ਤਿਹ ਤੇ ਤੋਹਿ ਕੋ ਕਿਨਹੂ ਨਾ ਬਚਾਇਓ। ਪਰ ਉਸ ਮਹਾਂਕਾਲ ਤੋਂ ਵੇਖ ਲਾ ਵੀ ਤੋਹੇ ਕੋ ਤੈਨੂੰ ਕਿਹਨੂੰ ਨਾ ਬਚਾਇਓ। ਇਹਨਾਂ ਨੇ ਤੈਨੂੰ ਬਚਾਇਆ ਨਹੀਂ ਹੈ, ਇਹ ਵੀ ਤੈਨੂੰ ਬਚਾ ਨਹੀਂ ਸਕੇ, ਕਿਉਂਕਿ ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵ ਜੀ ਅਵਤਾਰਾ,
ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ। ਇਹ ਵੀ ਉਹਦਾ ਹੀ ਸਮਾਂ ਪਾ ਕੇ, ਇਸ਼ਾਰਾ ਹੁਕਮ ਪਾ ਕੇ ਪੈਦਾ ਹੋਏ ਹੈ। ਫਿਰ ਤੈਨੂੰ ਕਿਵੇਂ ਬਚਾ ਸਕਦੇ ਸੀ? ਤੈਨੂੰ ਕੋਈ ਵੀ ਕਾਲ ਤੋਂ ਬਚਾ ਨਾ ਸਕਿਆ। ਕੋਟ ਕਰੀ ਤਪਸਾ ਦਿਨ ਕੋਟਿਕ। ਕਰੋੜਾਂ ਹੀ ਦਿਨ ਤੂੰ ਫਿਰ ਕਰੋੜਾਂ ਤਰ੍ਹਾਂ ਦੀ ਤਪੱਸਿਆ ਕੀਤੀ, ਤਪ ਸਾਧੇ ਬੜੇ ਔਖਿਆਂ ਹੋ ਕੇ। ਕਾਹੂ ਨਾ ਕੌਡੀ ਕੋ ਕਾਮ ਕਢਾਇਓ। ਉਸ ਕਰੋੜਾਂ ਹੀ ਤਪੱਸਿਆ ਤੇਰੀਆਂ ਜਿਹੜੀਆਂ ਤੂੰ ਕਰੋੜਾਂ ਦਿਨ ਕੀਤੀਆਂ, ਤੇ ਇਹਨਾਂ ਦੇਵੀ ਦੇਵਤਿਆਂ ਨੇ ਤੇਰਾ ਕਾਹੂ ਕਿਸੇ ਨੇ ਵੀ ਕੌਡੀ ਦਾ ਕੰਮ ਨਾ ਕਢਾਇਆ। ਕੌਡੀ ਦਾ ਵੀ ਤੇਰਾ ਕੰਮ ਨਾ ਕੱਢਿਆ, ਕੌਡੀ ਜਿੰਨਾ ਵੀ ਤੇਰਾ ਕੰਮ ਨਾ ਕੀਤਾ। ਕਾਮ ਕਾ ਮੰਤਰ ਕਸੀਰੇ ਕੇ ਕਾਮ ਨਾ। ਆ ਕਾਮ ਕਾ ਕਈ ਜਿਹੜਾ ਕਾਮਨਾ ਨੂੰ ਇੱਛਾ ਧਾਰ ਕੇ ਕੋਈ ਮੰਤਰ ਜਪੀਏ, ਕੋਈ ਇੱਛਾ ਧਾਰ ਕੇ ਕੋਈ ਮੰਤਰ ਜਾਂ ਸਿੱਧ ਕਰਨਾ ਚਾਹੀਏ। ਕਾਮਨਾ ਧਾਰ ਕੇ ਜਿਹੜਾ ਮੰਤਰ ਦਾ ਜਾਪ ਕੀਤਾ, ਕਸੀਰੇ ਕੇ ਕਾਮਨਾ, ਉਹ ਜਪੇ ਹੋਏ ਤੇਰੇ ਮੰਤਰ ਪੜ੍ਹੇ ਕੀਤੇ ਹੋਏ ਕਸੀਰਾ ਕਹੀਦਾ ਧੇਲੇ ਨੂੰ ਜਾਂ ਦਮੜੀ ਨੂੰ। ਦਮੜੀ ਦੇ ਬਰਾਬਰ ਵੀ ਕਾਮ ਨਾ ਕੰਮ ਨਾ ਹੋਏ ਕਿਸੇ ਵੀ, ਉਹ ਤੇਰਾ ਨਾ ਕੰਮ ਨਾ ਸਵਾਰਿਆ। ਕਾਲ ਕੋ ਘਾਉ ਕਿਨਹੂ ਨਾ ਬਚਾਇਓ। ਓਏ ਮੰਤਰਾਂ ਨੇ ਵੀ ਕਾਲ ਦਾ ਜਿਹੜਾ ਘਾਉ ਨਾ, ਵਾਰ ਤੋਂ ਕਿਸੇ ਨੇ ਨਹੀਂ ਤੈਨੂੰ ਬਚਾਇਆ ਹੈ। ਕੋਈ ਤੈਨੂੰ ਬਚਾ ਨਹੀਂ ਸਕਿਆ। ਕਾਲ ਦੇ ਅਧੀਨ ਹੀ ਹੋਇਆ ਰਿਹਾ ਹੈ ਤੂੰ। ਕਾਹੇ ਕੋ ਕੂਰ ਕਰੇ ਤਪਸਾ ਇਨ ਕੀ। ਹੇ ਮੂਰਖ, ਕਿਸ ਵਾਸਤੇ ਤੂੰ ਇਹਨਾਂ ਦੀ ਤਪੱਸਿਆ ਕਰਦਾ ਹੈ ਦੇਵੀ ਦੇਵਤਿਆਂ ਦੀ? ਆ ਜਿਹੜੇ ਉਹ ਜਿਵੇਂ ਭਗਤ ਮਹਾਰਾਜ ਜੀ ਕਹਿੰਦੇ ਆ ਕਿ ਆਦ ਤੁਮ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਵੀ ਇਹ ਮਾਈ ਮਾਤਾ ਤੂੰ ਕਹਿੰਦੀ ਆ ਵੀ ਮੈਂ ਆਦ ਭਵਾਨੀ ਆ, ਸੰਸਾਰ ਨੂੰ ਲਿਆਉਣ ਵਾਲੀ ਮਹਾਂਸ਼ਕਤੀ ਆ, ਮੁਕਤੀ ਵੇਲੇ ਤੂੰ ਕਿੱਥੇ ਛੁਪ ਜਾਂਦੀ ਹੈ? ਮੁਕਤੀ ਵੇਲੇ ਤੂੰ ਕਿਉਂ ਨਹੀਂ ਸਾਹਮਣੇ ਆਉਂਦੀ ਹੈ? ਤੇਰਾ ਫਿਰ ਜਾਪ ਕੀਤੇ ਦਾ ਮੈਨੂੰ ਕੀ ਫਾਇਦਾ ਜੇ ਤੂੰ ਮੈਨੂੰ ਮੁਕਤ ਨਹੀਂ ਕਰ ਸਕਦੀ ਤਾਂ। ਤੇ ਗੁਰੂ ਸਾਹਿਬ ਕਹਿ ਰਹੇ ਕਾਹੇ ਕੋ, ਕਿਸ ਵਾਸਤੇ ਤੂੰ ਇਹਨਾਂ ਦੀ ਜਿਹੜੀ ਹੈ ਕੂਰ ਕਰੇ ਤਪਸਾ, ਝੂਠੇ ਤਪੱਸਿਆ ਕਰਦਾ ਹੈ ਇਹ ਦੇਵੀ ਦੇਵਤਿਆਂ ਦੀ, ਜਿਹੜੇ ਆਪ ਕਾਲ ਦੇ ਵਾਸੋਂ ਤੈਨੂੰ ਕਿਵੇਂ ਛਡਾ ਸਕਦੇ ਹੈ? ਕੀ ਫਾਇਦਾ ਤੈਨੂੰ ਇਹਨਾਂ ਦੀ ਪੂਜਾ ਕਰਨ ਦਾ? ਕਉ ਕੌਡੀ ਕੇ ਕਾਮ ਨਾ ਹੈ। ਇਹਨਾਂ ਵਿੱਚੋਂ ਤੇਰਾ ਅੰਤ ਵੇਲੇ ਕੋਈ ਵੀ ਕੌਡੀ ਜਿੰਨਾ ਵੀ ਕੰਮ ਨਹੀਂ ਆਉਂਦਾ ਹੈ, ਕੋਈ ਤੇਰਾ ਕੰਮ ਨਹੀਂ ਕਰ ਸਕਦਾ। ਜਾਂ ਇਨਕੀ ਕੋ ਕੌਡੀ ਕੇ ਕਾਮ ਨਾ ਹੈ, ਇਹਨਾਂ ਦੀ ਕੀਤੀ ਹੋਈ ਪੂਜਾ ਕੋਈ ਵੀ ਤੇਰੇ ਕੌਡੀ ਜਿੰਨੇ ਕੰਮ ਵੀ ਨਹੀਂ ਆਉਂਦੀ ਹੈ ਅਖੀਰ ਨੂੰ। ਤੋਹੇ ਬਚਾਏ ਸਕਾ ਕਹੋ ਕਾਸੇ ਕਾ। ਤੈਨੂੰ ਇਹ ਭਲਾ ਕਿਵੇਂ ਬਚਾ ਸਕਦੇ? ਦੱਸ ਵੀ ਕਿਸ ਤਰ੍ਹਾਂ ਤੈਨੂੰ ਇਹ ਬਚਾ ਸਕਦੇ ਹਨ? ਆਪਨ ਘਾਵ ਬਚਾਏ ਨਾ ਹੈ। ਕਿਉਂਕਿ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਘਾਵ ਇਹਨਾਂ ਨੂੰ ਤੇ ਕੋਈ ਉਸ ਕਾਲ ਦੇ ਘਾਵ ਵਾਰ ਤੋਂ ਬਚਣ ਲਈ ਆਪਣੇ ਆਪ ਤੇ ਇਹਨਾਂ ਕੋਲ ਕੋਈ ਜਿਹੜਾ ਬਚਾਅ ਹੋਇਆ ਨਹੀਂ ਹੈ। ਕੋਈ ਵੀ ਸਾਧਨ ਜਿਹੜਾ ਤਿਆਰ ਨਹੀਂ ਕਰ ਸਕੇ, ਕੋਈ ਵੀ ਸਾਧਨ ਆਪ ਤੇ ਇਹਨਾਂ ਕੋਲ ਹੈ ਨਹੀਂ ਹੈ ਬਚਣ ਵਾਸਤੇ ਕਾਲ ਦੇ ਘਾਵ ਵਾਰ ਤੋਂ। ਕੋਪ ਕਰਾਲ ਕੀ ਪਾਵਕ ਕੁੰਡ ਮੈਂ। ਉਸ ਕਾਲ ਦੇ ਜਿਹੜੇ ਕੋਪ ਕਹੀਏ ਕ੍ਰੋਧ ਤੇ ਭਿਆਨਕ ਦੀ ਜਿਹੜੀ ਪਾਵਕ ਕੁੰਡ ਹੈ, ਅੱਗ ਕੁੰਡ ਵਿੱਚ ਆਪ ਟੰਗਿਓ ਤਿਮ ਤੋਹੇ ਟੰਗਾ ਹੈ। ਇਹ ਸਾਰੇ ਤੇ ਆਪ ਜਿਵੇਂ ਟੰਗੇ ਉਸ ਕਾਲ ਦੇ ਕ੍ਰੋਧ ਦੀ ਭਿਆਨਕ ਅਗਨ ਕੁੰਡ ਵਿੱਚ ਤਿਮ ਤੋਹੇ ਟੰਗਾ ਹੈ, ਤਿਵੇਂ ਤੈਨੂੰ ਇਹ ਟੰਗ ਦੇਣਗੇ। ਤੈਨੂੰ ਇਹ ਅਬਿਨਾਸੀ ਅਮਰ ਨਹੀਂ ਕਰ ਸਕਦੇ। ਇਹ ਆਪ ਹੀ ਨਹੀਂ ਹਨ ਮੁਕਤ, ਇਹ ਆਪ ਹੀ ਨਹੀਂ ਹਨ ਜਿਹੜੇ ਦੇਵੀ ਦੇਵਤੇ ਮੌਤ ਤੋਂ ਬਚਣ ਵਾਲੇ। ਤੈਨੂੰ ਕਿਵੇਂ ਬਚਾ ਦੇਣਗੇ? ਜਾਂ ਕੋਪ ਕਰਾਲ ਕੀ ਪਾਵਕ ਕੁੰਡ ਮੈਂ, ਜਿਹੜੀ ਇਹ ਆਪ ਭਿਆਨਕ ਕ੍ਰੋਧ ਦੀ ਅਗਨ ਕੁੰਡ ਵਿੱਚ ਫਸੇ ਹੋਏ ਹੈ, ਝਾਟੀ ਕ੍ਰੋਧ ਕਰ ਲੈਂਦੇ ਹੈ। ਇਹ ਆਪ ਟੰਗੇ ਹੋਏ ਹੈ ਤੇ ਤਿਵੇਂ ਤੈਨੂੰ ਟੰਗ ਦੇਣਗੇ, ਤਿਵੇਂ ਤੈਨੂੰ ਵੀ ਉਹੋ ਜਿਹੀ ਕ੍ਰੋਧੀ ਜਿਹਾ ਕਰ ਦੇਣਗੇ। ਚੇਤ ਰੇ ਚੇਤ ਅਜੋ ਜੀਅ ਮੈਂ ਜੜ। ਇਸ ਕਰਕੇ ਹੈ ਜੜ ਮੂਰਖ ਜੀਵ,
ਤੂੰ ਹਜੇ ਵੀ ਵੇਲਾ ਹੈ ਜੀ ਦੇ ਵਿੱਚ ਉਸ ਮਹਾਕਾਲ ਵਾਹਿਗੁਰੂ ਨੂੰ ਚੇਤ ਰੇ ਚੇਤ। ਚੇਤ ਕਹੀਏ ਯਾਦ ਕਰ, ਉਹਨੂੰ ਚੇਤੇ ਕਰ ਜਿਹੜਾ ਤੈਨੂੰ ਮੁਕਤ ਕਰੇਗਾ। ਕਾਲ ਕਿਰਪਾ ਬਿਨ ਕਾਮ ਨਾ ਆਹੈ। ਉਹ ਜੋ ਕਾਲ ਹੈ ਨਾ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਕੋਈ ਤੇਰੇ ਕੰਮ ਨਹੀਂ ਆਉਣਾ ਹੈ, ਕੋਈ ਤੇਰੇ ਕੰਮ ਨਹੀਂ ਆਏਗਾ। ਸਤਿਗੁਰੂ ਜੀ ਕਹਿੰਦੇ ਨਾ, ਬਿਨ ਕਰਤਾਰ ਨਾ ਕਿਰਤੋ ਮਾਨੋ, ਆਦ ਅਜੋਨ ਅਜੈ ਅਬਿਨਾਸੀ ਤੇ ਪਰਮੇਸ਼ਰ ਜਾਨੋ। ਰਹਾਓ ਕਹਾ ਭਇਓ ਜੋ ਆਨ ਜਗਤ ਮੈਂ ਦਸਕ ਅਸਰ ਹਰ ਘਾਏ, ਅਦਕ ਪਰਪੰਚ ਦਿਖਾਏ ਸਭਨ ਕਹਿ ਆਪ ਹੈ ਬ੍ਰਹਮ ਕਹਾਏ। ਭੰਜਨ ਗੜਨ ਸਮਰੱਥ ਸਦਾ ਪ੍ਰਭ ਸੋ ਕੇ ਮੁਜਾਤ ਕੇ ਨਾਇਓ, ਤਾ ਤੇ ਸਰਬ ਕਾਲ ਕੇ ਅਸਗੋ ਘਾਏ ਬਚਾਏ ਨਾ ਆਇਓ। ਕੈਸੇ ਤੁਹੀ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ, ਛੁਟੋ ਕਾਲ ਫਾਸਤੇ ਤਬ ਹੀ ਗਹੋ ਸਰਨ ਜਗਤਾਗਰ। ਉਸ ਜਗਤ ਦੇ ਮਾਲਕ ਵਾਹਿਗੁਰੂ ਦੀ ਤੂੰ ਜਿਹੜੀ ਹੈ ਨਾ ਸ਼ਰਨ ਫੜ। ਇਹ ਜਿਹੜੇ ਆਪ ਨੇ ਆਪ ਡੁੱਬੇ ਆ, ਇਹ ਮੂਰਖ ਜੀਵ ਤੈਨੂੰ ਕਿਵੇਂ ਤਾਰ ਦੇਣਗੇ। ਤੂੰ ਤਾਂ ਬਚੇਗਾ ਜੇ ਤੂੰ ਉਹ ਮਹਾਕਾਲ ਦੀ ਸ਼ਰਨ ਫੜੇਗਾ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਹੈ, ਇਹ ਮੂਰਖ ਹਜੇ ਵੀ ਆਪਣੇ ਦਿਲ ਵਿੱਚ ਵਿਚਾਰ ਲਾ ਤੇ ਜੀ ਵਿੱਚ ਉਸ ਵਾਹਿਗੁਰੂ ਨੂੰ ਚੇਤ ਰਹਿ ਚੇਤ, ਚੇਤੇ ਕਰ ਯਾਦ ਕਰ। ਉਹ ਕਾਲ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਤੇਰੇ ਕਿਸੇ ਨੇ ਕੰਮ ਨਹੀਂ ਆਉਣਾ ਹੈ। ਤਾਹੇ ਪਛਾਨਤ ਹੈ ਨਾ ਮਹਾਪਸ। ਇਹ ਮਹਾਪਸ਼ੂ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਤੇ ਮੂਰਖਾ ਤੂੰ ਜਾਣਦਾ ਨਹੀਂ ਹੈ, ਪਸ਼ੂ ਹੀ ਬਣਿਆ ਹੋਇਆ ਡੰਗਰ। ਜਾ ਕੋ ਪ੍ਰਤਾਪ ਤਿਹੁ ਪੁਰ ਮਾਹੀ। ਜਿਸ ਦਾ ਤੇਜ ਪ੍ਰਤਾਪ ਤਿੰਨਾਂ ਪੁਰੀਆਂ ਦੇ ਵਿੱਚ ਹੀ ਹੈ, ਮਾਤ ਲੋਕ ਪਤਾਲ ਲੋਕ ਸਵਰਗ ਲੋਕ, ਜਿਹਦਾ ਤਿੰਨਾਂ ਪੁਰੀਆਂ ਦੇ ਵਿੱਚ ਹੀ ਇਹ ਆਕਾਸ਼ ਲੋਕ ਸਵਰਗ ਤੋਂ ਲੈ ਲੈਣਾ, ਤਿੰਨਾਂ ਪੁਰੀਆਂ ਵਿੱਚ ਹੀ ਜਿਸ ਦਾ ਮਹਾ ਪ੍ਰਤਾਪ ਹੈ। ਇਹ ਮੂਰਖ ਮਹਾ ਪਸ਼ੂ ਮਹਾ ਡੰਗਰ, ਉਸ ਨੂੰ ਤੇ ਤੂੰ ਪਛਾਣਦਾ ਨਹੀਂ ਹੈ ਜੀਵ। ਪੂਜਤ ਹੈ ਪਰਮੇਸ਼ਰ ਕਾ। ਤੇ ਉਹ ਤਿੰਨਾਂ ਲੋਕਾਂ ਵਿੱਚ ਜੀ ਉਹਦਾ ਤੇਜ ਪ੍ਰਤਾਪ ਫੈਲ ਰਿਹਾ ਹੈ। ਪੂਜਤ ਹੈ ਪਰਮੇਸ਼ਰ ਕਾ, ਪਰ ਤੂੰ ਤੇ ਉਹਨਾਂ ਪੱਥਰਾਂ ਨੂੰ, ਉਹਨਾਂ ਠਾਕਰਾਂ ਨੂੰ, ਉਹਨਾਂ ਦੇਵੀ ਦੇਵਤਿਆਂ ਨੂੰ ਪੂਜਦਾ ਹੈ। ਜਿਹ ਕਾ ਪਰਸਾ ਪਰਲੋਕ ਪਰਾਹੀ। ਜਿਸਨੇ ਜਿਸ ਪੱਥਰ ਨੂੰ ਸਪਰਸ਼ ਕਰਨ ਦੇ ਨਾਲ ਪਰਲੋਕ ਵੱਲ ਪਰਾਹੀ ਕਹੇ ਧੱਕਿਆ ਜਾਂਦਾ ਹੈ। ਪਰਾਹੀ ਜਿਸ ਕਰ ਉਹਨਾਂ ਨੂੰ ਤੂੰ ਪੂਜਦਾ ਜਿਸ ਨੂੰ ਛੂਹਿਆ ਪਰਲੋਕ ਦੇ ਜਿਹੜੇ ਸੁੱਖ ਪਰਾਹੀ ਕਹੀਏ ਭੱਜ ਜਾਂਦੇ ਹਨ। ਤੇ ਪਰਲੋਕ ਦੇ ਜਿਹੜੇ ਦੁੱਖ ਹੈ ਨਰਕ ਆਦਿਕ ਪਰਾਹੀ ਕਹੀਏ ਉਹਨਾਂ ਵਿੱਚ ਤੂੰ ਪੈ ਜਾਂਦਾ। ਜਿਨ੍ਹਾਂ ਨੂੰ ਛੋਹਿਆ ਉਹਨਾਂ ਨੂੰ ਤੂੰ ਪੂਜਦਾ ਹੈ। ਮਹਾਪਸ਼ੂ ਪਾਪ ਕਰੋ ਪਰਮਾਰਥ ਕਾ। ਐਵੇਂ ਪਰਮਾਰਥ ਕਹੀਏ, ਪਰਮਾਰਥ ਚੰਗੇ ਕਰਮ ਸਮਝ ਕੇ ਤੇ ਤੂੰ ਪਾਪ ਕਰਦਾ ਹੈ। ਪੱਥਰਾਂ ਦੀ ਜਿਹੜੀ ਪੂਜਾ ਕਰਦਾ ਨਾ ਤੂੰ, ਠਾਕਰਾਂ ਦੀ ਜਾਂ ਹੋਰ ਦੇਵੀ ਦੇਵਤਿਆਂ ਦੀ, ਸਾਰੇ ਆ ਗੋਰਮੜੀਆਂ ਦੀ, ਇਹ ਪਾਪ ਕਰਦਾ ਤੂੰ। ਇਹ ਚੰਗਾ ਸਕਰਮ ਸਮਝ ਕੇ ਵੀ ਮੈਂ ਠੀਕ ਹੀ ਕਰ ਰਿਹਾ ਹਾਂ। ਜਿਹ ਪਾਪਨ ਜਿਹ ਪਾਪਨ ਤੇ ਅਤ ਪਾਪ ਲਜਾਹੀ। ਜਿਹੜੇ ਜਿਸ ਪਾਪ ਤੋਂ, ਇਹ ਜਿਹੜਾ ਪਾਪ ਨਾ ਪੱਥਰਾਂ ਨੂੰ ਪੂਜਣਾ, ਦੇਵੀ ਦੇਵਤਿਆਂ ਨੂੰ ਗੜੀ ਇਹ ਗੋਰਮਟ ਨੂੰ, ਤੇ ਇਹ ਪਾਪਾਂ ਤੋਂ ਤੇ ਬੜੇ ਵੱਡੇ ਵੱਡੇ ਪਾਪ ਲਜਾਹੀ, ਉਹ ਵੀ ਸ਼ਰਮਿੰਦੇ ਹੁੰਦੇ ਆ। ਉਹ ਵੀ ਸ਼ਰਮ ਕਰਦੇ ਆ ਵੀ ਇਹੋ ਅਸੀਂ ਵੱਡੇ ਵੱਡੇ ਪਾਪ ਵੀ ਸ਼ਰਮ ਕਰਦੇ ਵੀ ਇਹੋ ਜਿਹੇ ਤੇ ਪਾਪ ਅਸੀਂ ਵੀ ਨਹੀਂ ਹਾਂ ਵੱਡੇ। ਜਿਹੋ ਜਿਹਾ ਪਾਪ ਇਹ ਕਰ ਰਿਹਾ ਹੈ, ਪਾਪ ਵੱਡੇ ਕਰ ਰਿਹਾ ਜਿਹੜਾ ਪੱਥਰਾਂ ਨੂੰ ਪੂਜ ਰਿਹਾ ਮੂਰਖ, ਇਹ ਜੀਵ ਮਹਾ ਹੀ ਪਸ਼ੂ ਹੈ। ਪਾਪ ਵੀ ਲੱਜਤ ਸ਼ਰਮਸ਼ਾਰ ਹੁੰਦੇ ਹੈ। ਜਾਂ ਇਹਦਾ ਸੰਪਰਦਾਈ ਅਰਥ ਦੂਸਰੇ ਢੰਗ ਨਾਲ ਵੀ ਕਰਦੇ ਹਨ। ਪਕੜੋ ਪਰਮਾਰਥ ਕਹਿ, ਪਾਠ ਕਰਕੇ ਤੇ ਪਕੜੋ, ਪੱਪਾ ਉੱਧਰ ਲਾ ਲੈਣਾ ਵੀ ਉਹ ਪਰਮਾਰਥ, ਜਿਹੜਾ ਪਰਮਾਰਥ ਕਲਿਆਣ ਹੈ, ਕੇਵਲ ਮੁਕਤੀ ਹੈ। ਆਪਣੇ ਪਰਮਾਰਥ ਸਰੂਪ ਦਾ ਗਿਆਨ ਪ੍ਰਾਪਤ ਕਰਨਾ ਹੈ, ਸਰੂਪ ਵਿੱਚ ਲੀਨ ਹੋਣਾ ਹੈ ਅੰਤਰਾਤਮੇ। ਜੇ ਤੂੰ ਇਸ ਅੰਤਰਾਤਮੇ ਲੀਨ ਹੋਣਾ ਚਾਹੁੰਦਾ, ਕੇਵਲ ਮੁਕਤੀ ਪਾਉਣਾ ਚਾਹੁੰਦਾ, ਤੇ ਪਾਪ ਕਰੋ
ਉਸ ਮਹਾਂਕਾਲ ਵਾਹਿਗੁਰੂ ਦੇ ਪਾਕ ਗਈਏ ਚਰਨ ਪਕੜ। ਜਿਹ ਪਾਪਨ ਤੇ ਅਤ ਪਾਪ ਲੱਜਾਹੀ। ਅੱਜ ਇਸ ਦੇ ਚਰਨੀ ਪੈਣ ਦੇ ਨਾਲ ਆ ਜਿਹੜੇ ਪਾਪ ਵੱਡੇ ਵੱਡੇ ਆ ਨਾ ਉਹ ਵੀ ਸ਼ਰਮਸ਼ਾਰ ਹੋ ਜਾਂਦੇ ਆ ਤੇ ਉਹ ਵੀ ਭੱਜ ਨੱਠ ਜਾਂਦੇ ਹਨ। ਪਾਏ ਪਰੋ ਪਰਮੇਸ਼ਰ ਕੇ ਜੜ। ਉਂਝ ਮੁੱਖ ਰੂਪ ਵਿੱਚ ਪਾਪ ਕਰੋ ਪਰਮਾਰਥਕ ਹੈ, ਇਹੀ ਮੁੱਖ ਸਮਝਣਾ ਹੈ। ਉਹ ਸੰਪਰਦਾਇ ਅਰਥ ਕਰਨ ਵਾਸਤੇ ਪਾਪ ਕਰੋ ਪਰਮਾਰਥ ਕੇ ਅਰਥ ਲਾਇਆ ਹੈ ਕਿ ਜਿਸ ਦੇ ਜਪਿਆਂ ਪਾਪਾਂ ਦੇ ਵੱਡੇ ਪਾਪ ਭੱਜ ਜਾਂਦੇ ਹਨ। ਪਾਏ ਪਰੋ ਪਰਮੇਸ਼ਰ ਕੇ, ਪਰਮੇਸ਼ਰ ਦੇ ਚਰਨੀ ਪਉ ਭਾਈ। ਪਾਹਨ ਮੈਂ ਪਰਮੇਸ਼ਰ ਨਾਹੀ। ਜੜ ਹੈ ਮੂਰਖ ਪਰਮੇਸ਼ਰ ਦੇ ਚਰਨੀ ਪੈ। ਪਾਹਨ ਮੈਂ ਪਰਮੇਸ਼ਰ ਨਾਹੀ। ਕਿਉਂਕਿ ਪੱਥਰ ਵਿੱਚ ਪਰਮੇਸ਼ਰ ਨਹੀਂ ਹੈ। ਉਹ ਤੇ ਪੱਥਰ ਵਿੱਚ ਥੋੜ੍ਹੀ ਪਰਮੇਸ਼ਰ ਹੈਗਾ। ਉਹਦੇ ਵਾਹਿਗੁਰੂ ਸਰਬ ਵਿਆਪੀ ਹੈ, ਸਭ ਥਾਂ ਹੀ ਹੈ, ਇਕੱਲਾ ਪੱਥਰ ਵਿੱਚ ਥੋੜ੍ਹੀ ਹੈ ਜਾਂ ਠਾਕਰ ਦੀ ਮੂਰਤੀ ਵਿੱਚ ਥੋੜ੍ਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹੈ, ਮਹਲਾ ਪੰਜਵਾਂ ਸਤਿਗੁਰੂ ਜੀ ਦਾ ਭੈਰੋ ਰਾਗ ਸ਼ਬਦ ਹੁੰਦਾ ਹੈ, ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੈ ਸੇਵ। ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਵਜਾਈ ਜਾਏ। ਉਹਦੀ ਘਾਲ ਕਮਾਈ ਕੀਤੀ ਹੋਈ ਸਾਰੀ ਅਜਾਈ ਵਿਅਰਥ ਹੀ ਚਲੀ ਜਾਂਦੀ। ਕਿਉਂਕਿ ਗੁਰੂ ਸਾਹਿਬ ਕਹਿੰਦੇ ਠਾਕੁਰ ਹਮਰਾ ਸਦ ਬੋਲੰਤਾ। ਜਿਹੜਾ ਸਾਡਾ ਠਾਕੁਰ ਵਾਹਿਗੁਰੂ ਦੇ ਸਦਾ ਹੀ ਬੋਲਦਾ ਹੈ ਅਤੇ ਪੱਥਰ ਥੋੜ੍ਹੀ ਬੋਲਦਾ। ਪੱਥਰ ਜਿੱਥੇ ਪਿਆ ਉੱਥੇ ਪਿਆ ਰਹਿੰਦਾ। ਠਾਕੁਰ ਦੀ ਮੂਰਤੀ ਥੋੜ੍ਹੀ ਬੋਲਦੀ ਹੈ, ਉਹਦੇ ਵਾਹਿਗੁਰੂ ਬੋਲਦਾ ਹੀ ਹੈ ਸਾਰੇ ਥਾਂ। ਅਤੇ ਇਹ ਤਾਂ ਜੜ ਹੈ ਪੱਥਰ, ਇਹ ਕਿਸ ਕੰਮ ਹੈ। ਗੁਰੂ ਮਹਾਰਾਜ ਤਾਂ ਕਹਿੰਦੇ ਹਨ 33 ਸਵਈਆਂ ਵਿੱਚ, ਕਾਹੇ ਕੋ ਪੂਜਿਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਤਾਹੀ ਕੋ ਪੂਜ ਪ੍ਰਭੂ ਕਰ ਕਹਿ ਜੇ ਪੂਜਿਤ ਹੀ ਅਗ ਓਗ ਮਿਟਾਹੀ। ਆਦ ਬਿਆਦ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁਟ ਜਾਹੀ। ਤਾਹੀ ਕੋ ਧਿਆਨ ਪ੍ਰਮਾਨ ਸਦਾ ਇਨ ਫੋਗਟ ਧਰਮ ਕਰੇ ਫਲ ਨਾਹੀ। ਵੀ ਕਿਸ ਵਾਸਤੇ ਤੂੰ ਪੱਥਰ ਨੂੰ ਪੂਜਦਾ ਹੈ? ਪੱਥਰ ਵਿੱਚ ਪਰਮੇਸ਼ਰ ਨਹੀਂ ਹੈ। ਉਸ ਵਾਹਿਗੁਰੂ ਨੂੰ ਪੂਜਣਾ ਕਰ, ਉਹਦਾ ਜਾਪ ਕਰ, ਜਿਹਨੂੰ ਪੂਜਦਿਆਂ ਸਾਰੇ ਪਾਪ ਮਿਟ ਜਾਂਦੇ ਹੈ। ਉਹਦਾ ਸੇਵਨ ਕਰ, ਉਹਦੀ ਹੀ ਸੇਵਾ ਕਰ, ਉਹਦੀ ਬੰਦਗੀ ਕਰ, ਦਾ ਨਾਮ ਜਪ। ਗੁਰੂ ਸਾਹਿਬ ਉਸੇ ਪੱਖ ਨਾਲ ਹੀ ਇੱਥੇ ਕਹਿ ਰਹੇ ਹਨ, ਪਾਏ ਪਰੋ ਪਰਮੇਸ਼ਰ ਕੇ ਜੜ। ਹੇ ਮੂਰਖ, ਵਾਹਿਗੁਰੂ ਪਰਮੇਸ਼ਰ ਦੇ ਚਰਨੀ ਪੈ, ਮੂਰਤੀਆਂ ਦੀ ਪੂਜਾ ਨਾ ਕਰ। ਕਿਉਂਕਿ ਪਾਹਨ ਮੈਂ ਪਰਮੇਸ਼ਰ ਨਾਹੀ। ਉਹਨਾਂ ਮੂਰਤੀਆਂ ਵਿੱਚ ਪਰਮੇਸ਼ਰ ਨਹੀਂ ਹੈ। ਉਂਝ ਦੀ ਸਰਬ ਵਿਆਪੀ ਹੈ, ਪਰ ਤੂੰ ਇੱਕ ਥਾਂ ਹੀ ਨਾ ਸਮਝ। ਮੋਨ ਭਜੇ ਨਹੀਂ ਮਾਨ ਤਜੇ ਨਹੀਂ। ਪਾਹਨ ਮੈਂ ਪਰਮੇਸ਼ਰ ਨਾਹੀ, ਪੱਥਰ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਮੋਨ ਭਜੇ ਨਹੀਂ ਮਾਨ ਤਜੇ ਨਹੀਂ। ਮੋਨ, ਜੇ ਤੂੰ ਮੋਨ ਜਿਹਾ ਧਾਰਨ ਕਰ ਲਵੇਂ ਤਾਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ। ਕਿਉਂ? ਕਿਉਂਕਿ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਚੁੱਪਿਆਂ ਚੁੱਪ ਨਹੀਂ ਹੁੰਦੀ, ਮੋਨ ਕੀਤਿਆਂ ਮੋਨ ਨਹੀਂ ਹੁੰਦਾ। ਗੁਰੂ ਸਾਹਿਬ ਜੀ ਸਿੱਧਾਂ ਨੂੰ ਕਹਿੰਦੇ ਸਨ ਵੀ ਮੋਨ ਧਾਰਿਆ ਕਿਵੇਂ ਮੋਨ ਹੋ ਜੂ। ਆ ਮੂੰਹੋਂ ਭਾਵੇਂ ਚੁੱਪ ਹੀ ਹੈ, ਜਿਹੜਾ ਅੰਦਰ ਖਿਆਲ ਨਹੀਂ ਬੰਦ ਹੋ ਰਹੇ, ਵੱਡਾ ਬੋਲਣਾ ਹੈ। ਹੁਣ ਕਿਸੇ ਵੇਲੇ ਚੁੱਪ ਅਸੀਂ ਕੀਤੇ ਹੁੰਦੇ, ਪਰ ਅੰਦਰੋਂ ਤਾਂ ਗੱਲਾਂ ਚੱਲੀ ਜਾਂਦੀਆਂ ਦਿਮਾਗ 'ਚ, ਅਤੇ ਉਹ ਬੋਲਣਾ ਹੀ ਹੈ, ਉਹਨੂੰ ਚੁੱਪ ਨਹੀਂ ਕਿਹਾ ਜਾਂਦਾ। ਫਿਰ ਕਈ ਕਹਿੰਦੇ ਵੀ ਸੰਤ ਬੜੇ ਮੌਨੀ ਜੀ ਹਨ, ਬੋਲਦੇ ਨਹੀਂ ਹੈ, ਪਰ ਚੁੱਪ ਹੁੰਦੇ ਆ। ਕੋਈ ਆਵੇ ਇਹਨਾਂ ਦੇ ਮੱਥਾ ਟੇਕਣ, ਲਿਖ ਕੇ ਦੇਈ ਜਾਂਦੇ ਹਨ। ਜਦੋਂ ਲਿਖ ਕੇ ਦੇਣਾ ਹੈ ਤਾਂ ਉਹ ਸਮਝ ਲਓ ਬੋਲਣਾ ਹੀ ਹੈ। ਜਿੰਨਾ ਚਿਰ ਦਿਮਾਗ 'ਚ ਨਹੀਂ ਆ ਜਾਂਦਾ ਉਹਨਾਂ ਚਿਰ ਲਿਖੂ ਕਿਵੇਂ ਉਹ ਮਹਾਤਮਾ। ਅਤੇ ਉਹ ਜਦੋਂ ਸੋਚਣਾ ਹੈ ਉਹ ਸਮਝ ਲਓ ਲਿਖਿਆ ਹੀ ਗਿਆ ਹੈ, ਜਿਹੜਾ ਅੰਦਰ ਗੱਲਾਂ ਚੱਲੀ ਜਾਣੀਆਂ ਹੈ। ਗੁਰੂ ਸਾਹਿਬ ਕਹਿੰਦੇ ਮੋਨ ਭਜੇ, ਮੋਨ ਧਾਰਨ ਕੀਤਿਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਮਾਨ ਤਜੇ ਨਹੀਂ, ਮਾਣ ਛੱਡੇ ਨਹੀਂ, ਅਤੇ ਮਾਣ ਤੂੰ ਛੱਡਦਾ ਨਹੀਂ ਹੈ। ਮਾਣ ਛੱਡੇ ਤੋਂ ਬਿਨਾਂ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜਾਂ ਮਾਨ ਤਜੇ, ਇੱਥੇ ਵਿਸ਼ਰਾਮ ਦੇ ਨਾਲ ਹੈ।
ਕਿ ਜੇ ਸੋਚੇ ਵੀ ਮੈਂ ਮਾਣ ਛੱਡ ਦਿੱਤਾ, ਨਿਮਰਤਾ ਨਾਲ ਹੀ ਰਹਿੰਦਾ ਹਾਂ, ਤਾਂ ਵੀ ਪ੍ਰਾਪਤੀ ਨਹੀਂ ਹੈ, ਮੋਨ ਭਜੇ ਨਹੀਂ। ਇੱਕ ਇਸੇ ਤਰ੍ਹਾਂ ਹੋਰ ਅਰਥ ਲੱਗ ਜਾਂਦਾ ਵੀ ਜਿਹੜਾ ਸੰਸਾਰ ਵੱਲੋਂ ਤੂੰ ਮੋਨ ਧਾਰਦਾ ਨਹੀਂ ਹੈ ਅਤੇ ਉਹਦੀ ਬੰਦਗੀ ਵੱਲ ਤੂੰ ਮੁੱਖ ਜੋੜਦਾ ਨਹੀਂ ਹੈ, ਮੋਨ ਭਜੇ ਨਹੀਂ, ਸੰਸਾਰ ਵੱਲੋਂ ਮੋਨ ਧਾਰਦਾ ਨਹੀਂ, ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਮਾਨ ਤਜੇ, ਮਾਨ ਛੱਡਿਆਂ ਵੀ ਪ੍ਰਾਪਤੀ ਨਹੀਂ ਵੀ ਮੈਂ ਨਿਮਰਤਾ ਨਾਲ ਰਹਿੰਦਾ ਹਾਂ, ਜਾਂ ਮਾਨ ਤਜੇ ਨਹੀਂ, ਹੰਕਾਰ ਤੂੰ ਛੱਡਦਾ ਨਹੀਂ ਹੈ, ਹਉਮੈ ਵਿੱਚ ਭਗਤ ਨਾ ਹੋਵਈ। ਅਤੇ ਹੰਕਾਰ ਛੱਡੇ ਤੋਂ ਬਿਨਾਂ ਭਗਤੀ ਹੁੰਦੀ ਨਹੀਂ ਹੈ। ਭੇਖ ਸਜੇ ਨਹੀਂ ਮੂੰਡ ਮੁੰਡਾਏ। ਫਿਰ ਨਹੀਂ ਭੇਖ ਸਜੇ, ਨਹੀਂ ਦਹਿਲੀ ਦੀਵਕ ਦੋਵੇਂ ਪਾਸੇ ਲਾ ਕੇ। ਭੇਖ ਸਜਿਆਂ ਤਾਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ, ਜਿੰਨੇ ਮਰਜ਼ੀ ਭੇਖ ਸਜਾ ਲਵੇਂ। ਕਿਉਂਕਿ ਸਤਿਗੁਰੂ ਕਹਿੰਦੇ ਬਾਹਰ ਭੇਖ ਨਾ ਪਾਈਐ ਪ੍ਰਭ ਅੰਤਰਜਾਮੀ, ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ। ਭੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਇਹ ਭੇਖ ਸਜਾਇਆ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ। ਮਹਾਰਾਜ ਕਹਿੰਦੇ ਮੂਰਖ ਭੇਖੀ ਸਿੱਖ ਵੀ ਸਾਨੂੰ ਨਹੀਂ ਚਾਹੁੰਦਾ, ਸਾਨੂੰ ਚਾਹੀਦਾ ਹੈ ਭੇਖਾਂ ਦੇ ਵਿੱਚ ਸੱਜਿਆਂ ਵੀ ਪ੍ਰਾਪਤੀ ਨਹੀਂ ਹੈ। ਕੰਠ ਨਹੀਂ ਮੂੰਡ ਮੁੰਡਾਏ, ਫਿਰ ਮੂੰਡ ਮੁੰਡਾਏ, ਸਿਰ ਮੁੰਨਿਆ, ਮੂੰਡ ਕਹੀਦਾ ਸਿਰ ਨੂੰ, ਸਿਰ ਤੋਂ ਕੇਸ ਮੁੰਨਾਇਆ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਕਿਉਂਕਿ ਜਿਹੜੇ ਸੰਨਿਆਸੀ ਲੋਕ ਹੈ ਉਹ ਬਿਲਕੁਲ ਹੀ ਆਪਣਾ ਸਿਰ ਜਿਹੜਾ ਮੁੰਡਨ ਕਰ ਲੈਂਦੇ ਹੈ, ਸਿਰ ਮੁੰਨਾ ਲੈਂਦੇ ਆ ਪੂਰਾ, ਅਤੇ ਫਿਰ ਉਹ ਸੰਨਿਆਸੀ ਕਹਾਉਂਦੇ ਆ। ਅਤੇ ਗੁਰੂ ਸਾਹਿਬ ਕਹਿੰਦੇ ਵੀ ਐਵੇਂ ਪ੍ਰਾਪਤੀ ਨਹੀਂ ਹੈ। ਭਗਤ ਮਹਾਰਾਜ ਤਾਂ ਸਿੱਧਾ ਹੀ ਕਹਿੰਦੇ ਹੈ, ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇੜ ਨਾ ਗਈਆ ਕਾਈ। ਜੇ ਮੂਡ ਕਹੀਏ ਸਿਰ ਮਨਾਇਆ, ਕਹਿੰਦੇ ਵਾਹਿਗੁਰੂ ਨੂੰ ਪ੍ਰਾਪਤੀ ਪਾਉਣ ਦੀ ਸਿੱਧੀ ਪਾਈ ਹੋਵੇ, ਕਿਸੇ ਨੇ ਸ਼ਕਤੀ ਪਾਈ ਹੋਵੇ, ਅਤੇ ਫਿਰ ਜਿਹੜੀ ਭੇਡ ਹੈ ਉਹਦੇ ਵਿਚਾਰੀ ਮੁੰਨੀ ਜਾਂਦੀ, ਹਰ ਵਕਤ ਦੀ ਮੁੰਨਦੇ ਰਹਿੰਦੇ ਉਹਦੇ ਮਾਲਕ, ਫਿਰ ਉਹਨੇ ਕਿਉਂ ਨਹੀਂ ਮੁਕਤੀ ਪਾਈ ਹੈ? ਭੇਡਾਂ ਨੇ ਕਿਉਂ ਨਹੀਂ ਮੁਕਤੀ ਪਾਈ? ਫਿਰ ਉਹ ਵੀ ਮੁਕਤੀ ਪਾ ਲੈਂਦੇ, ਉਹ ਤਾਂ ਹਮੇਸ਼ਾ ਹੀ ਮੁੰਨੀਆਂ ਜਾਂਦੀਆਂ ਹਨ। ਮੂੰਡ ਮੰਡਾਏ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਪਰ ਜਿਹੜੇ ਕੋਈ ਸੰਨਿਆਸੀ ਐਵੇਂ ਆਪਣੇ ਆਪ 'ਚ ਸਿਰ ਮਨਾਉਂਦੇ ਆ, ਅਤੇ ਉਹ ਸਿਰ ਮੁੰਨਣ ਦੇ ਸੰਬੰਧ ਵਿੱਚ ਉਸਤਤੀ ਦੇ ਪੁਲ ਬੰਨ੍ਹਦੇ ਹੋਏ ਉਹਨਾਂ ਨੇ ਇੱਕ ਦੋ ਤੁਕਾਂ ਦਾ ਦੋਹਰਾ ਵੀ ਬਣਾਇਆ ਹੋਇਆ, ਅਤੇ ਕਹਿੰਦੇ ਆ ਜਿਵੇਂ ਅਸੀਂ ਲੋਕ ਗੁਰਬਾਣੀ ਵਿੱਚੋਂ ਕੱਢਦੇ ਨਾ ਕੋਈ ਮਤਲਬ ਦੀ ਗੱਲ ਆਪਣੇ, ਉਸੇ ਤਰ੍ਹਾਂ ਹੀ ਉਹ ਕਹਿੰਦੇ ਆ ਮੂੰਡ ਮੰਡਾਏ ਕੇ ਤੀਨ ਗੁਣ। ਸਿਰ ਮਨਾਉਣ ਦੇ 3 ਗੁਣ ਹੈ, 3 ਫਾਇਦੇ ਆ ਸਿਰ ਮਨਾਉਣ ਦੇ। ਪਹਿਲਾ ਤਾਂ ਮਿਟ ਗਈ ਸਿਰ ਕੀ ਖਾਜ, ਕਿ ਸਿਰ ਦੀ ਜਿਹੜੀ ਖੁਰਕ ਮਿਟ ਜਾਂਦੀ ਹੈ। ਦੂਸਰਾ ਕਹਿੰਦੇ ਪਹਿਲਾਂ ਸਿਰ ਦੀ ਖੁਰਕ ਮਿਟ ਜਾਂਦੀ ਹੈ। ਦੂਸਰਾ ਕਹਿੰਦੇ ਆ ਵੀ ਖਾਣੇ ਕੋ ਮਾਖਣ ਮਿਲੇ ਲੋਕ ਕਹੇ ਮਹਾਰਾਜ, ਖਾਣ ਨੂੰ ਮੱਖਣ ਮਿਲਦਾ, ਆਓ ਜੀ ਸੰਨਿਆਸੀ ਮਹਾਰਾਜ, ਨਾਲ ਲੋਕ ਕਹਿੰਦੇ ਮਹਾਰਾਜ ਆ ਗਏ, ਮਹਾਰਾਜ ਆ ਗਏ। ਉਹ ਸਨਾਤਨ ਮੱਤ 'ਚ ਬੜਾ ਸਤਿਕਾਰ ਹੈ ਨਾ ਸੰਨਿਆਸੀ ਜਿਹੜਾ ਹੈ ਆਸ਼ਰਮ ਦਾ। ਕਹਿੰਦੇ ਐਵੇਂ ਲੋਕ ਕਹਿੰਦੇ ਖਾਣੇ ਕੋ ਮਾਖਣ ਮਿਲੇ, ਖਾਣੇ ਕੋ ਰੋਟੀ ਮਿਲੇ, ਲੋਕ ਕਹੇ ਮਹਾਰਾਜ, ਲੋਕ ਮਹਾਰਾਜ ਕਹਿੰਦੇ ਹੈ। ਅਤੇ ਤਾਂ ਕਰਕੇ ਅਸੀਂ ਮੂੰਡ ਮੰਡਾਇਆ ਹੋਇਆ 3 ਗੁਣ ਅਤੇ ਸਿੱਧੇ ਸਪਸ਼ਟ ਹੀ ਹੈ। ਫਿਰ ਕਹਿੰਦੇ ਜਿਹੜੇ ਸਿਰ ਮਨਾਉਣ ਵਾਲੇ ਹੋਰ ਵੀ ਪੱਖ ਕੱਢ ਲੈਂਦੇ ਇੱਥੇ ਗੁਰਬਾਣੀ ਵਿੱਚੋਂ ਹੀ, ਜਿਵੇਂ ਗੁਰਬਾਣੀ ਵਿੱਚੋਂ ਅਸੀਂ ਆਪਣੇ ਮਤਲਬ ਦਾ ਪੱਖ ਕੱਢ ਲੈਂਦੇ ਹਾਂ। ਜਿਹਨੇ ਕੋਈ ਨਹੀਂ ਮੰਨਣੀ ਹੁੰਦੀ ਜਾਂ ਆਪਣੀ ਗੱਲ ਸਿੱਧ ਕਰਨੀ ਹੋਵੇ ਤਾਂ ਗੁਰਬਾਣੀ ਦੇ ਤੁਕਾਂ ਲਾ ਲੈਂਦਾ ਹੁੰਦਾ, ਪਰ ਉਹ ਗੁਰਬਾਣੀ ਦੇ ਜਿਹੜੇ ਤੁਕਾਂ ਉਹ ਪ੍ਰਕਰਨ ਮੁਤਾਬਕ ਹੁੰਦੀਆਂ, ਪਰ ਬੰਦੇ ਆਪਣੇ ਆਪ ਲਈ ਕੱਢ ਲੈਂਦੇ ਆ। ਅਤੇ ਉਹ ਕਈ ਕਹਿੰਦੇ ਜੀ ਅਸੀਂ ਤਾਂ ਸਿਰ ਤਾਂ ਮਨਾਉਂਦੇ ਹਾਂ। ਭਗਤ ਕਬੀਰ ਮਹਾਰਾਜ ਜੀ ਨੇ ਕਿਹਾ ਹੈ, ਜੋ ਜਮ ਆਏ ਕੀਸ ਗਏ ਪਟਕੇ, ਤਾ ਦਿਨ ਕਿਛ ਨਾ ਬਸਾਹੇਗਾ। ਵੀ ਜਦੋਂ ਜਮ ਆ ਕੇ ਤੇਰੇ ਕੇਸਾਂ ਤੋਂ ਫੜ ਕੇ ਪਟਕਾ ਕੇ ਤੈਨੂੰ ਮਾਰੂਗਾ, ਉਸ ਦਿਨ ਤੇਰਾ ਕੋਈ ਵੱਸ ਨਹੀਂ ਚੱਲੇਗਾ। ਤਾਂ ਕਰਕੇ ਕਹਿੰਦੇ ਕੇਸ ਕਟਾ ਲੈਂਦੇ ਹਾਂ। ਜਦੋਂ ਦਾੜਾ ਹੀ ਨਾ ਹੋਊਗਾ, ਕੇਸ ਹੀ ਨਾ ਹੋਣਗੇ, ਕਿਹੜਾ ਜਮ ਆ ਕੇ ਫੜੂਗਾ ਸਾਨੂੰ ਅਤੇ ਪਟਕਾ ਕੇ ਮਾਰੂਗਾ।
ਤਾਂ ਕਰਕੇ ਅਸਾਂ ਨੇ ਕੇਸ ਜਿਹੜੇ ਇਹਦਾ ਉਹ ਖਤਮ ਹੀ ਕਰ ਦਿੱਤੇ। ਨਾ ਕੋਈ ਫੜੇ ਅਤੇ ਨਾ ਕੋਈ ਮਾਰੇ, ਸਾਨੂੰ ਜਮ ਨਾ ਮਾਰੇ। ਅਤੇ ਉਹ ਜਿਹੜੇ ਮਹਾਂਪੁਰਸ਼ ਕਮਾਈ ਵਾਲੇ ਆ, ਫਿਰ ਉਹ ਕਹਿੰਦੇ ਵੀ ਭਾਈ ਇਹ ਤਾਂ ਤੂੰ ਤੁਕ ਪੜ੍ਹੀ ਅਤੇ ਤੂੰ ਆਹ ਨਹੀਂ ਪੜ੍ਹੀ ਹੈ। ਕਿ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਇਹ ਮਨੁੱਖ ਉਦੋਂ ਜਾਗਦਾ ਜਦੋਂ ਇਹਦੇ ਸਿਰ ਦੇ ਵਿੱਚ ਡੰਡਾ ਲੱਗਦਾ ਜੰਮਦਾ। ਅਤੇ ਹੁਣ ਸਿਰ ਵਿੱਚ ਡੰਡਾ ਜੇ ਜੂੜਾ ਹੋਊ ਤਾਂ ਥੋੜ੍ਹਾ ਸਿਰ ਬਚ ਜੂਗਾ, ਜੇ ਨਹੀਂ ਹੋਇਆ ਤਾਂ ਫਿਰ ਸਿਰ ਜਿਹੜਾ ਟੁੱਟ ਜਾਣਾ ਉੱਦਾਂ ਹੀ, ਉਹਦੀ ਮਿੱਝ ਬਾਹਰ ਆ ਜਾਣੀ ਝੱਟ ਹੀ। ਜਿਵੇਂ ਕਿਰਪਾਲ ਦਾਸ ਜੀ ਨੇ ਹਯਾਤ ਖਾਨ ਦਾ ਸਿਰ ਜਿਹੜਾ ਸਾਧ ਸੰਗਤ ਜੀ ਉਹ ਮਾਰ ਕੇ ਡੰਡਾ ਅਤੇ ਮਿੱਝ ਕੱਢ ਕੇ ਰੱਖ ਦਿੱਤੀ ਸੀ। ਅਤੇ ਦਸਵੇਂ ਪਾਤਸ਼ਾਹ ਜੀ ਨੇ ਉੱਥੇ ਇਹ ਮਹਾਰਾਜ ਸੋਭਾ ਕਰਦੇ ਹੋਏ ਕਿਹਾ ਹੈ ਵੀ ਜਿਵੇਂ ਕ੍ਰਿਸ਼ਨ ਭਗਵਾਨ ਦੁਆਪਰ ਦੇ ਵਿੱਚ ਗੋਕਲ ਦੇ ਵਿੱਚ ਮਥੁਰਾ ਮੱਖਣ ਵਾਲੀਆਂ ਮਟਕੀਆਂ ਭੰਨਦੇ ਸਨ ਅਤੇ ਮੱਖਣ ਝੱਟ ਬਾਹਰ ਡਿੱਗ ਪੈਂਦਾ ਸੀ, ਕਿਉਂਕਿ ਹੱਥ ਪਾ ਕੱਢਣਾ ਔਖਾ ਸੀ। ਉਹ ਡਰਦਿਆਂ ਨੇ ਗੋਕਲ ਵਾਲਿਆਂ ਨੇ ਉੱਪਰ ਬੰਨ੍ਹਿਆ ਹੁੰਦਾ ਸੀ ਮੱਖਣ ਵੀ ਖਾ ਨਾ ਜਾਣ, ਅਤੇ ਜਾਂ ਸੋਟੀ ਮਾਰ ਕੇ ਰੋੜਾ ਮਾਰ ਕੇ ਅਤੇ ਮੱਖਣ ਦੀ ਮਟਕੀ ਭੰਨ ਦਿੰਦੇ ਸਨ। ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਉਹ ਮੱਖਣ ਦੀ ਮਟਕੀ ਭੰਨਦੇ ਸਨ ਕ੍ਰਿਸ਼ਨ ਜੀ, ਉਸੇ ਤਰ੍ਹਾਂ ਕਿਰਪਾਲ ਦਾਸ ਨੇ ਹਯਾਤ ਖਾਨ ਦਾ ਸਿਰ ਜਿਹੜਾ ਭੰਨ ਦਿੱਤਾ ਸੋਟਾ ਮਾਰ ਕੇ, ਅਤੇ ਮਿੱਝ ਜੀ ਬਾਹਰ ਕੱਢ ਦਿੱਤੀ ਮੱਖਣ ਵਾਂਗ, ਮਾਨੋ ਇਹ ਮੱਖਣ ਹੀ ਕੱਢ ਕੇ ਮਾਰਿਆ ਹੈ। ਇਵੇਂ ਗੁਰੂ ਜੀ ਨੇ ਉੱਥੇ ਲਿਖਿਆ ਹੋਇਆ। ਉਹ ਸਿਰ ਉਹਦਾ ਪੂਰਾ ਮੁੰਡਿਆ ਹੀ ਹੋਇਆ ਸੀ, ਤਾਂ ਕਰਕੇ ਅਤੇ ਮਹਾਰਾਜ ਜੀ ਨੇ ਫਿਰ ਉੱਥੇ ਅਲੰਕਾਰ ਬੰਨ੍ਹਿਆ ਹੋਇਆ ਹੈ। ਮੂੰਡ ਮੰਡਾਏ ਨਹੀਂ, ਮੂੰਡ ਮੰਡਾਇਆ ਸਿਰ ਮੰਡਾਇਆ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ। ਇਹ ਤਾਂ ਜਿਵੇਂ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਕਈ ਸਾਡੇ ਵਿੱਚੋਂ ਵੀ ਇਸੇ ਤਰ੍ਹਾਂ ਕਰਦੇ ਹੈ, ਬਥੇਰੀਆਂ ਗੱਲਾਂ ਬਣਾਉਂਦੇ, ਪਰ ਸਾਬਤ ਸੂਰ ਦਸਤਾਰ ਸਿਰਾ, ਇਹ ਦਸਤਾਰ ਸਿਰਾ ਸਾਬਤ ਸੂਰਤ ਰਹਿਣਾ ਚਾਹੀਦਾ ਮਹਾਰਾਜ ਦੇ ਹੁਕਮ ਅਨੁਸਾਰ। ਜਿਵੇਂ ਭਾਈ ਦਾਨਾ ਸੀ ਮਾਲਵੇ ਦਾ, ਅਤੇ ਉਹ ਤੰਬਾਕੂ ਵੀ ਪੀਂਦਾ ਸੀ ਅਤੇ ਕੇਸ ਵੀ ਬਣਾਉਂਦਾ ਸੀ। ਗੁਰੂ ਮਹਾਰਾਜ ਜੀ ਨੂੰ ਇਹਨੂੰ ਇਹ ਆਫਰਿਆ ਰਹਿੰਦਾ ਸੀ, ਜਦੋਂ ਤੰਬਾਕੂ ਨਹੀਂ ਪੀਂਦਾ ਉਦੋਂ ਆਫਰ ਜਾਂਦਾ ਹੁੰਦਾ ਸੀ। ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰਾ ਆਫਰਪੁਣਾ ਲੱਥ ਜਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਬੱਜਰ ਕਰਿਆ ਜਿਹੜੀ ਤੰਬਾਕੂ ਪੀਣਾ ਹੀ ਛੱਡ ਦੇ, ਤੇਰਾ ਆਫਰਪੁਣਾ ਹਟ ਜਾਏਗਾ। ਇਹਨੇ ਉਸੇ ਤਰ੍ਹਾਂ ਕੀਤਾ, ਦਾ ਆਫਰਪੁਣਾ ਹਟ ਗਿਆ, ਤੰਬਾਕੂ ਨੇ ਛੱਡ ਦਿੱਤਾ। ਗੁਰੂ ਸਾਹਿਬ ਕਹਿੰਦੇ ਭਾਈ ਕੇਸ ਰੱਖ, ਕੇਸ ਨਾ ਬਣਾਇਆ ਕਰ। ਕਹਿੰਦਾ ਮਹਾਰਾਜ ਕੇਸ ਮੈਂ ਕੀ ਰੱਖਣੇ ਹੈ, ਇਵੇਂ ਠੀਕ ਹਾਂ। ਗੁਰੂ ਸਾਹਿਬ ਜੀ ਕਹਿੰਦੇ ਵੀ ਕੇਸ ਰੱਖ ਲਾ, ਜੇ ਆ ਕਿਤੇ ਚੜ੍ਹਾਈ ਕਰ ਗਿਆ ਅਤੇ ਕੇਸਾਂ ਦੀ ਨਿਸ਼ਾਨੀ ਤੋਂ ਫੜ ਕੇ ਨਰਕ 'ਚ ਕਿਤੇ ਪੈ ਕੇ ਕੱਢ ਲਵਾਂਗੇ। ਕਹਿੰਦਾ ਮਹਾਰਾਜ ਕੇਸ ਕੀ ਰੱਖਣੇ ਆ, ਦਾੜੀ ਤੋਂ ਫੜ ਕੇ ਕੱਢ ਲਿਓ। ਗੁਰੂ ਮਹਾਰਾਜ ਕਹਿੰਦੇ ਵੀ ਨਹੀਂ, ਕੇਸਾਂ ਤੋਂ ਬਿਨਾਂ ਨਹੀਂ ਹੈ ਛੁਟਕਾਰਾ। ਇਹ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਵੀ ਕੇਸਾਂ ਤੋਂ ਫੜ ਕੇ ਕੱਢ ਲਾਂਗੇ ਜੇ ਕੋਈ ਸਿੱਖ ਨਰਕ 'ਚ ਪੈ ਗਿਆ, ਪਰ ਤੁਹਾਡੀ ਬਾਣੀ ਕਹਿੰਦੀ ਹੈ ਕਿ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਿ ਕੇਸ ਜੇ ਇੱਥੇ ਸੜ ਜਾਣੇ ਹੈ, ਫਿਰ ਤੁਸੀਂ ਕਿਵੇਂ ਕੇਸਾਂ ਤੋਂ ਬਾਹਰ ਫੜ ਕੇ ਕੱਢੋਗੇ। ਗੁਰੂ ਜੀ ਕਹਿੰਦੇ ਦੇਖਣਾ ਚਾਹੁੰਦਾ ਦਾਨਾ ਸਿਆਂ। ਕਹਿੰਦਾ ਹਾਂ ਮਹਾਰਾਜ ਦਿਖਾਓ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦਿਖਾਇਆ, ਅਤੇ ਕੇਸਾਂ ਤੋਂ ਜਿਨ੍ਹਾਂ ਉੱਥੇ ਮਾਰ ਪੈ ਰਹੀ ਹੈ, ਅਤੇ ਮਾਲ ਕੌਸੀਏ ਕੀ ਵਾਰ ਜਿਹੜੀ ਬਾਬਾ ਦੀਪ ਸਿੰਘ ਜੀ ਨੇ ਬੀੜ ਲਿਖੀ ਪਟਨਾ ਸਾਹਿਬ ਪਈ ਦਸਮ ਗ੍ਰੰਥ ਸਾਹਿਬ ਜੀ ਦੀ, ਉਹਦੇ ਵਿੱਚ ਲਿਖਿਆ ਬਚਨ ਬਿਨ ਕੇਸਾਂ ਸਿਰ ਕੁੱਟੀਆਂ ਚਿੰਗਾਰੇ ਕੌਣ ਛਡਾਏ ਹੈ। ਬਿਨਾਂ ਕੇਸਾਂ ਤੋਂ ਕੁੱਟੇ ਜਾਣਗੇ ਚਿੰਗਾਰੇ, ਅਤੇ ਇਹਨਾਂ ਦੇ ਚਿੰਗਿਆੜੇ ਕੱਢੇ ਜਾਣਗੇ, ਕੌਣ ਛਡਾਊ ਉਹਦੇ ਚੀਕਾਂ ਮਾਰਨਗੇ। ਜਿਹੜੇ ਸਿੱਖ ਹੋਣਗੇ ਉਹ ਮਾਰੇ ਕਹਿੰਦੇ ਅਸੀਂ ਕੱਢ ਲਵਾਂਗੇ ਕੇਸਾਂ। ਜੇ ਸਿੱਖ ਕੋਈ ਭੁਲੇਖੇ ਨਾਲ ਪੈ ਜਾਣਾ ਨਰਕ 'ਚ ਔਗਣਾ ਕਰਕੇ, ਉਹਨੂੰ ਕੇਸਾਂ ਦੀ ਨਿਸ਼ਾਨੀ ਵੇਖ ਕੇ ਕੱਢ ਲਾਂਗੇ। ਫਿਰ ਭਾਈ ਦਾਨੇ ਨੇ ਅੰਮ੍ਰਿਤ ਛਕ ਕੇ ਦਾਨ ਸਿੰਘ ਬਣਿਆ ਸੀ। ਇਵੇਂ ਕੇਸਾਧਾਰੀ ਹੋਣਾ ਚਾਹੀਦਾ। ਸਤਿਗੁਰੂ ਕਹਿ ਰਹੇ ਹੈ ਨਹੀਂ ਮੂੰਡ ਮੁੰਡਾਏ। ਅਤੇ ਤਾਂ ਹੀ ਸਤਿਗੁਰੂ ਜੀ ਨੇ ਸਾਨੂੰ ਪੰਥ ਬਖਸ਼ਿਆ ਖਾਲਸਾ ਵੀ ਭਾਈ ਕੇਸਾਧਾਰੀ ਰਹੋ, ਕਿਉਂਕਿ ਗੁਰੂ ਜੀ ਨੇ ਵਿੱਚ ਹੀ ਦੱਸਿਆ ਵੀ ਉਸ ਵਾਹਿਗੁਰੂ ਦੇ ਜਿਹੜੇ ਸੀਸ ਦੇ ਉੱਪਰ ਜੂੜਾ ਹੈ ਬੜਾ ਸੋਹਣਾ, ਅਤੇ ਸਾਨੂੰ ਵੀ ਜੂੜਾ ਬਖਸ਼ਿਆ। ਸ੍ਰੀ ਸਾਹਿਬ ਉਹਦੇ ਹੱਥ ਵਿੱਚ ਹੈ, ਸ੍ਰੀ ਸਾਹਿਬ ਸਾਨੂੰ ਬਖਸ਼ੀ ਹੈ। ਨੀਲਾ ਉਹਦਾ ਬਾਣਾ, ਸਾਨੂੰ ਨੀਲਾ ਹੀ ਬਾਣਾ ਬਖਸ਼ਿਆ।
ਨਿਸ਼ਾਨ ਸਾਹਿਬ ਜਿਵੇਂ ਲੱਗਾ ਉਸੇ ਤਰ੍ਹਾਂ ਸਾਨੂੰ ਬਖਸ਼ਿਆ ਹੈ। ਤਾਂ ਗੁਰੂ ਕੇ ਬਖਸ਼ਿਸ਼ਾਂ ਸਾਰੀਆਂ ਸਾਨੂੰ ਕੀਤੀਆਂ ਹੈ। ਨਹੀਂ ਮੂੰਡ ਮੁੰਡਾਏ, ਮੂੰਡ ਮੁੰਡਾਇਆ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ। ਕੰਠ ਨਾ ਕੰਠੀ ਕਠੋਰ ਧਰੈ ਨਹੀਂ। ਕੰਠ ਨਾ ਜਿਹੜੀ ਹੈ ਗਲ ਵਿੱਚ ਲੱਕੜ ਦੀ ਮਾਲਾ, ਕੰਠਣ ਇਕੱਠੇ ਪਾਠ ਕਰ ਦੇਣਾ। ਕੰਠਣ ਕੰਠੀ, ਕੰਠ ਦੇ ਵਿੱਚ ਕੰਠੀ ਪਾਈ ਹੋਈ ਲੱਕੜ ਦੀ ਮਾਲਾ ਗਲ ਵਿੱਚ ਪਾਉਣ ਨਾਲ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ। ਕਠੋਰ ਧਰੇ ਜਿਹੜੇ ਸਾਧਨ ਹਨ, ਬੜੇ ਸਖਤ ਸਾਧਨ, ਪੁੱਠਾ ਲਟਕੇ, ਧੂਣੀਆਂ ਦਿਖਾਏ, ਠੰਡ ਵਿੱਚ 100 ਘੜਾ ਪਾਣੀ ਠੰਡੇ ਦਾ ਪਾਏ, ਗਰਮੀਆਂ ਵਿੱਚ ਧੂਣੀਆਂ ਦਿਖਾਏ, ਪੁੱਠਾ ਲਟਕੇ, ਇਹ ਕਠੋਰ ਸਾਧਨ ਧਾਰਨ ਕਰੇ, ਕਠੋਰ ਸਾਧਨ ਕਰੇ ਤਾਂ ਵੀ ਪ੍ਰਾਪਤੀ ਨਹੀਂ ਹੈ। ਜਾਂ ਕੰਠ ਨਾ ਕੰਠੀ, ਨਾਮ ਨਹੀਂ ਹੈ ਕੰਠ ਵਿੱਚ, ਅਤੇ ਕੰਠੀ ਲੱਕੜ ਦੀ ਮਾਲਾ ਗਲ 'ਚ ਧਾਰਨ ਕੀਤੀ ਹੋਈ ਹੈ। ਇਸ ਤਰ੍ਹਾਂ ਕਠੋਰ ਸਾਧਨ ਵੀ ਭਾਵੇਂ ਕਰੇ ਨਹੀਂ ਪ੍ਰਾਪਤੀ ਹੈ ਵਾਹਿਗੁਰੂ ਦੀ। ਸੀਸ ਜਟਾਨ ਕੇ ਜੂਟ ਸੁਹਾਏ। ਸੀਸ ਦੇ ਉੱਪਰ ਜੜਾਵਾਂ ਦਾ ਜੂਟ ਕਹੀਏ, ਜੂੜਾ ਬੜਾ ਸੋਭਨੀਕ ਤਗੜਾ ਹੀ ਬਣਾ ਲੈਣਾ ਕਰੇ ਤਾਂ ਵੀ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਬੋੜ ਦੇ ਪੱਤਿਆਂ ਦਾ ਦੁੱਧ ਲਾ ਕੇ, ਕੇਸ ਵਧਾ ਕੇ ਜੜਾਵਾਂ ਬਣਾ ਲਏ ਚੰਗੀਆਂ ਤਗੜੀਆਂ, ਅਤੇ ਜੂੜਾ ਕੀਤਾ ਹੋਵੇ ਜਿਹੜਾ ਕਦੀ ਵਗ ਹੀ ਨਾ ਸਕੇ। ਕਈ ਸੰਨਿਆਸੀ ਜਟਾਧਾਰੀ ਸੰਤ ਸਾਧੂ ਹੈਗੇ ਅਜੇ ਵੀ ਮਿਲ ਜਾਂਦੇ, ਪੰਜਾਬ ਤੋਂ ਬਾਹਰ ਹੈ, ਉਹਨਾਂ ਦੀ ਬੜੀਆਂ ਤਗੜੀਆਂ ਜੜਾਵਾਂ ਹਨ। ਗੁਰੂ ਮਹਾਰਾਜ ਕਹਿੰਦੇ ਮੈਂ ਸੀਸ ਦੇ ਉੱਪਰ ਜਿਹੜੇ ਕੇਸਾਂ ਦੀਆਂ ਜੜਾਵਾਂ ਦਾ ਜੂੜਾ ਸੋਭਨੀ ਕਰ ਲਵੇ, ਬਣਾ ਲਵੇ ਤਾਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਸਾਚ ਕਹਾਂ ਸੁਨ ਲੈ ਚਿਤ ਦਾ। ਇਸ ਕਰਕੇ ਇਹ ਮੂਰਖ ਜੀਵ ਚਿੱਤ ਦੇ ਕੇ, ਮਨ ਦੇ ਕੇ ਸੁਣ ਲੈ ਹੀ ਸੱਚ ਕਹਿੰਦੇ ਹਾਂ। ਬਿਨ ਦੀਨ ਦਿਆਲ ਕੀ ਸਾਮ ਸਦਾਏ। ਬਿਨਾਂ ਦੀਨਤਾ ਦੇ ਦਿਆਲਤਾ ਕਰਨ ਵਾਲੇ ਵਾਹਿਗੁਰੂ ਦੀ ਸਾਮ ਕਈ ਸਰਨ ਸਿਧਾਏ ਤੋਂ ਬਿਨਾਂ, ਜਾਏ ਤੋਂ ਬਿਨਾਂ ਸਿਧਾਏ ਪਾਠ ਹੈ। ਪ੍ਰੀਤ ਕਰੇ ਪ੍ਰਭ ਪਾਇਤ ਹੈ। ਉਹਦੀ ਸ਼ਰਨ ਤੋਂ ਬਿਨਾਂ ਪ੍ਰਾਪਤੀ ਨਹੀਂ। ਉਸ ਕਰਕੇ ਪ੍ਰੀਤ ਪ੍ਰੇਮ ਕੀਤਿਆਂ ਪ੍ਰਭੂ ਨੂੰ ਪਾਈਦਾ ਹੈ। ਕਿਰਪਾਲ ਨਾ ਭੀਜਤ ਲਾਂਡ ਕਟਾਏ। ਮਹਾਰਾਜ ਕਹਿੰਦੇ ਹੈ ਵੀ ਕਿਰਪਾਲ ਨਾ ਪਿਓ, ਕਿਰਪਾਲੂ ਦਿਆਲੂ ਪਰਮੇਸ਼ਰ ਪ੍ਰਭੂ ਉਹ ਭੇਜਦਾ ਨਹੀਂ ਹੈ, ਭਾਵੇਂ ਕੋਈ ਸੁੰਨਤ ਕਰਾ ਲਏ, ਗੁਪਤ ਅੰਗ ਵੀ ਕਟਾ ਲਵੇ ਜਿਵੇਂ ਮੁਸਲਮਾਨ ਕਟਾਉਂਦੇ ਹੈ, ਇਸ ਤਰ੍ਹਾਂ ਕਟਾਇਆ ਵੀ ਉਹ ਪ੍ਰਸੰਨ ਨਹੀਂ ਹੁੰਦਾ ਹੈ। ਕਿਰਪਾਲ ਨਾ ਭੀਜਤ, ਕਿਰਪਾਲੂ ਕਿਰਪਾਲਤਾ ਵਿੱਚ, ਪ੍ਰਸੰਨਤਾ ਵਿੱਚ ਭੇਜਦਾ ਨਹੀਂ ਹੈ। ਪ੍ਰੀਤ ਕਰੇ ਪ੍ਰਭ ਪਾਇਤ ਹੈ, ਪ੍ਰੇਮ ਕੀਤੇ ਪ੍ਰਭੂ ਨੂੰ ਪਾਈਦਾ ਹੈ। ਉਹ ਤੇ ਸਤਿਗੁਰੂ ਕਹਿੰਦੇ ਨਾ, ਕਹਾ ਭਇਓ ਜੋ ਦੋ ਲੋਚਨ, ਮੂੰਦ ਕੇ ਬੈਠ ਰਹੋ ਬਗ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਕੇ ਉੱਪਰ ਲੋਕ ਗਵਾਇਓ, ਬਾਸ ਕਿਉ ਬਖਿਆਨ ਸੋ ਬੈਠ ਕੇ ਐਸੀ ਐਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਵਾਹਿਗੁਰੂ ਨੂੰ ਪਾਇਆ ਹੈ। ਢੋਂਗ ਦੇ ਨਾਲ, ਪਖੰਡ ਦੇ ਨਾਲ ਕਿਸੇ ਨੇ ਨਹੀਂ ਪਾਇਆ ਹੈ, ਭੇਖ ਦੇ ਨਾਲ ਕਿਸੇ ਨੇ ਨਹੀਂ ਪਾਇਆ ਹੈ। ਇਹ ਗੁਰੂ ਮਹਾਰਾਜ ਬਾਣੀ ਵਿੱਚ ਆਪਣੇ ਥਾਂ ਥਾਂ 'ਤੇ ਵਿਚਾਰ ਕੇ ਕਹਿੰਦੇ ਹਨ। ਕਾਗਦ ਦੀਪ ਸਭ ਸਾਮ ਸਦਾਏ ਪਾਠ ਹੈ। ਬਿਨ ਦੀਨ ਦਿਆਲ ਕੀ ਸਾਮ ਸਦਾਏ। ਹਾਂ ਅੱਗੇ ਪੜ੍ਹ। ਕਾਗਦ ਦੀਪ ਸਭੈ ਕਰ ਕੈ। ਸੱਚੇ ਪਾਤਸ਼ਾਹ ਜੀ ਇਵੇਂ ਅਖੀਰੀ ਉਸ ਵਾਹਿਗੁਰੂ ਦੀ ਜਿਹੜੀ ਹੈ ਮਹਿਮਾ ਕਰਦੇ ਹੋਏ ਅਖੀਰਲਾ ਜਿਹੜਾ ਸਵਈਆ ਲਿਖ ਰਹੇ ਹੈ, ਕਾਗਦ ਦੀਪ ਸਭੈ ਕਰ ਕੈ। ਜਿਹੜੇ 7 ਦੀਪ ਹਨ ਧਰਤੀ ਦੇ, ਸਾਰੇ ਦੀਪਾਂ ਨੂੰ ਕਾਗਦ ਦੀ ਨਿਆਈ ਬਣਾ ਕਰਕੇ, ਅਰ ਸਾਤ ਸਮੁੰਦਰਨ ਕੀ ਮਸ ਕਹੋ। ਤੇ ਸਤਿਗੁਰੂ ਜੀ ਕਹਿੰਦੇ ਵੀ ਹੇ ਪਰਮੇਸ਼ਰ ਪ੍ਰਭੂ, 7 ਜਿਹੜੇ ਸਮੁੰਦਰ ਹਨ, ਵੱਡੇ ਸਾਗਰ, ਉਹਨਾਂ ਦੀ ਜਿਹੜੀ ਸ਼ਾਹੀ ਬਣਾ ਲੈਣਾ ਕਰੀਏ। ਕਾਟ ਬਨਾਸਪਤੀ ਸਗਰੀ। ਸਾਰੀ ਜਿਹੜੀ ਬਨਾਸਪਤੀ ਹੈ, ਆ ਜੋ ਰੁੱਖ ਹਨ ਸਾਰੇ ਬਨਸਪਤੀ ਦੀ
ਲੱਕੜੀ ਨੂੰ ਕੱਟ ਕੇ ਲਿਖਬੇ ਹੂ ਕੇ ਲੇਖਨ ਕਾਜ ਬਨਾਹੋ। ਲਿਖਬੇ ਹੂੰ ਕੇ ਕਾਜ ਲੇਖਨ ਬਣੈ ਹੋ। ਅਰਥ ਵਾਸਤੇ ਵੀ ਲਿਖਬੇ ਹੂੰ ਕੇ ਲਿਖਣ ਵਾਸਤੇ, ਲਿਖਣ ਲਈ, ਕਾਜ ਦਾ ਅਰਥ ਵਾਸਤੇ ਜਾਂ ਲਈ, ਲਿਖਣ ਵਾਸਤੇ ਲੇਖਣ ਕਲਮਾਂ ਨੂੰ ਬਣਾ ਲੈਣਾ ਕਰੀਏ। ਭਾਵ ਜਿਹੜੀ ਬਨਸਪਤੀ ਹੈ, ਸਾਰੀ ਬਨਸਪਤੀ ਦੀ ਲੱਕੜੀ ਕੱਟ ਕੇ ਉਹਨੂੰ ਲਿਖਣ ਵਾਸਤੇ ਵਾਹਿਗੁਰੂ ਦੇ ਜਸ ਨੂੰ ਤੇ ਕਲਮਾ ਹੀ ਬਣਾ ਲੈਣਾ ਕਰੀਏ। ਸਾਰ ਸੁਦੀ ਬਕਤਾ ਕਰਕੇ, ਜਿਹੜੀ ਸਾਰ ਸੁਤੀ ਹੈ, ਸਰਸਵਤੀ ਕਵਿਤਾ ਦੀ ਦਾਤੀ, ਤੇ ਉਹਨੂੰ ਭਗਤਾ ਕਰਕੇ ਉਹ ਰਸਤਾ, ਜਿੰਨੇ ਵੀ ਅਸੀਂ ਜੀਵ ਹਾਂ, ਇੱਕ ਸ਼ਕਤੀ ਮੰਨੀ ਹੈ ਕਵਿਤਾ ਦੀ ਦਾਤੀ ਦੀ, ਜਾਂ ਬਾਣੀ ਜਿਹਨੂੰ ਕਿਹਾ ਜਾਂਦਾ ਹੈ, ਉਹ ਤਾਕਤ ਹੈ ਇੱਕ। ਇਸ ਤਰ੍ਹਾਂ ਜਿਹੜੀ ਸਾਰਸਵਤੀ ਕਵਿਤਾ ਦੀ ਦਾਤੀ ਹੈ, ਉਹਨੂੰ ਭਗਤਾ ਕਰਕੇ ਜੁਗ ਕੋਟ ਗਣੇਸ਼ ਕਾ ਹਾਥ ਲਿਖਾ ਹੋ। ਜਿਹੜੀ ਸਾਰਸਵਤੀ ਦੇਵੀ ਹੈ, ਉਹਨੂੰ ਉਪਮਾ ਕਰਨ ਲਈ ਭਗਤਾ ਬਣਾ ਕਰਕੇ ਜੁਗ ਕੋਟ, ਕਰੋੜਾਂ ਹੀ ਜੁਗ, ਜੋ ਗਣੇਸ਼ ਹੈ ਲਿਖਾਰੀ ਵੱਡਾ ਮੰਨਿਆ, ਉਹ ਗਣੇਸ਼ ਦੇ ਹੱਥਾਂ ਨਾਲ ਲਿਖਾਉਣਾ ਕਰੀਏ। ਕਾਲ ਕਿਰਪਾਨ ਬਿਨਾ ਬਿਨਤੀ, ਹੇ ਵਾਹਿਗੁਰੂ, ਹੇ ਪ੍ਰਭੂ, ਕਾਲ ਰੂਪ ਤੇ ਕਾਲ ਮਹਾਕਾਲ, ਸਭ ਦਾ ਕਾਲ ਕਰਨ ਵਾਲੇ ਸਤਿਗੁਰੂ ਪਰਮਾਤਮਾ ਜੀ, ਜਿਹੜੇ ਹੱਥ ਵਿੱਚ ਕਿਰਪਾਨ ਧਰਨ ਵਾਲੇ, ਉਹ ਕਿਰਪਾਨ ਧਾਰਨ ਕਰਨ ਵਾਲੇ ਮਹਾਕਾਲ, ਬਿਨਾ ਬੇਨਤੀ ਤੋਂ ਤੁਹਾਡੇ ਅੱਗੇ ਅਰਦਾਸ ਬੇਨਤੀ ਕੀਤੇ ਤੋਂ ਬਿਨਾ ਨਾ ਤੋ ਤੁਮ ਕੋ ਪ੍ਰਭ ਨਾ ਕਰ ਜਾਹੋ। ਵਾਹਿਗੁਰੂ, ਤੈਨੂੰ ਥੋੜਾ ਮਾਤਰ ਵੀ, ਹੇ ਪ੍ਰਭੂ ਨੈਕ ਥੋੜਾ ਮਾਤਰ ਵੀ ਹੀ ਰਜਾ ਕਹੀਏ ਪ੍ਰਸੰਨ ਨਹੀਂ ਕਰ ਸਕਦੇ ਬੇਨਤੀ ਤੋਂ ਬਿਨਾ। ਆ ਭਾਵੇਂ 7 ਦੀਪ ਕਾਗਜ਼ ਬਣਾ ਲੈਣਾ ਕਰੀਏ, ਵੀ ਕਾਗਜ਼ ਹੀ ਕਰ ਲਈਏ, ਧਰਤੀ ਦੇ ਸਾਰਾ ਹਿੱਸਾ ਇਹ ਕਾਗਜ਼ ਕਰ ਲਈਏ, ਜਿਹੜੇ 7 ਸਮੁੰਦਰ ਸ਼ਾਹੀ ਬਣਾ ਲੈਣਾ ਕਰੀਏ, ਕਾਟ ਬਨਸਪਤੀ ਸਗਰੀ, ਸਾਰੀ ਜਿੰਨੀ ਬਨਸਪਤੀ ਦੀ ਲੱਕੜ ਕੱਟ ਕੇ ਤੇ ਲਿਖਬੇ ਹੂੰ ਕੇ ਲੇਖਨ ਕਾਜ ਬਨੈ ਹੂੰ, ਲਿਖਣ ਵਾਸਤੇ ਤੇਰਾ ਜਸ ਤੇ ਕਲਮਾ ਬਣਾ ਲੈਣਾ ਕਰੀਏ। ਸਾਰਸਵਤੀ ਭਗਤਾ ਕਰਕੇ, ਸਾਰਸਵਤੀ ਜਿਹੜੀ ਕਵਿਤਾ ਦੀ ਦਾਤੀ ਹੈ, ਉਪਮਾ ਕਰਨ ਵਾਲੀ ਦੇਵੀ ਹੈ, ਉਹਨੂੰ ਭਗਤਾ ਕਰਕੇ, ਉਸਤਤ ਵਾਲੀ ਬਣਾ ਕਰਕੇ, ਜੁਗ ਕੋਟ ਕਰੋੜਾਂ ਹੀ ਜੁਗ, ਜਿਹੜਾ ਗਣੇਸ਼ ਹੈ, ਗਣੇਸ਼ ਦੇ ਹੱਥਾਂ ਨਾਲ ਹੀ ਜਸ ਦਿਖਾਉਣਾ ਕਰੀਏ। ਹੇ ਕਾਲ ਕਿਰਪਾਨ ਵਾਹਿਗੁਰੂ ਮਹਾਕਾਲ, ਕਿਰਪਾਨ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਖੜਗ ਧਾਰੀ, ਨਮੋ ਚੱਕਰ ਪਾਣੰਗ, ਬਿਨਾਂ ਬੇਨਤੀ ਤੋਂ ਤੈਨੂੰ ਅਸੀਂ ਥੋੜ੍ਹਾ ਮਾਤਰ ਪ੍ਰਭੂ ਰਝਾ ਨਹੀਂ ਸਕਦੇ, ਪ੍ਰਸੰਨ ਨਹੀਂ ਕਰ ਸਕਦੇ, ਤੂੰ ਪ੍ਰਸੰਨ ਨਹੀਂ ਹੁੰਦਾ। ਤੈਨੂੰ ਤੇਰੇ ਅੱਗੇ ਬੇਨਤੀ ਹੈ ਬਸ ਤੈਨੂੰ ਪ੍ਰਸੰਨ ਕਰਨ ਲਈ। ਵਾਹਿਗੁਰੂ ਤੇਰਾ ਅੰਤ ਨਹੀਂ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤੰਤ ਆਇਆ, ਕਿਨਹੀ ਤੇਰਾ ਅੰਤ ਨਾ ਪਾਇਆ। ਵਾਹਿਗੁਰੂ ਤੇਰਾ ਅੰਤ ਹੀ ਨਹੀਂ ਹੈ। ਇਹਨਾਂ ਲਿਖਣ ਵਾਲੇ ਹੋ ਜਾਈਏ, ਕਰਨ ਵਾਲੇ ਹੋ ਜਾਈਏ ਤੇਰਾ ਜਸ, ਤਾਂ ਵੀ ਤੇਰਾ ਅੰਤ ਨਹੀਂ ਹੈ। ਇੱਕ ਬੇਨਤੀ ਨਾਲ ਹੀ ਮਹਾਰਾਜ ਤੈਨੂੰ ਪ੍ਰਸੰਨ ਕਰ ਸਕੀਦਾ ਹੈ। ਗੁਰੂ ਘਰ ਦਾ ਇਹੀ ਸਿਧਾਂਤ ਹੈ, ਜਿਸ ਨਾਲ ਜੋਰ ਨਾ ਚੱਲਈ ਖਲੈ ਕੀਚੇ ਅਰਦਾਸ, ਜਿਸ ਪ੍ਰਭ ਜਿਸ ਠਾਕਰ ਸਿਉ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ। ਅਰਦਾਸ ਹੀ ਕਰਨੀ ਬਣਦੀ, ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇੱਦਾਂ ਅਰਦਾਸ ਹੀ ਭਾਈ ਕਰਨੀ ਬਣਦੀ ਹੈ। ਅਰਦਾਸ ਨਾਲ ਹੀ ਉਹ ਵਾਹਿਗੁਰੂ ਪ੍ਰਸੰਨ ਹੋ ਜਾਂਦਾ ਹੈ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਚੁੱਪ ਚੰਗੀ ਹੈ। ਉਸ ਵਾਹਿਗੁਰੂ ਦੇ ਅੱਗੇ ਨਮਸਕਾਰੀ ਉਹਨੂੰ ਕਰਨੀ ਬਣਦੀ ਹੈ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤ, ਪ੍ਰਥਮ ਧਿਆਏ ਸੰਪੂਰਨ, ਸੁਭ ਮਸਤ ਅਫਜੂ।
ਇਤ ਕਹੀਏ ਇਥੇ ਸ੍ਰੀ ਜੋ ਸੁਭਾਏਮਾਨ ਬਚਿੱਤਰ ਨਾਟਕ ਅਦਭੁਤ ਨਾਟਕ ਵਾਲਾ ਗ੍ਰੰਥ ਹੈ, ਜਾਂ ਬਚਿੱਤਰ ਜੋ ਨਾਨਾ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਨਾਟਕਾਂ ਦੇ ਨਾਲ ਭਰਪੂਰ ਇਹ ਗ੍ਰੰਥ ਹੈ। ਅਨੋਖਾ ਹੀ ਨਾਟਕ ਹੈ, ਜੋ ਅਦਭੁਤ ਅਚਰਜੀ ਨਾਟਕ ਅਜੀਬ ਨਾਟਕ ਵਾਲਾ ਗ੍ਰੰਥ ਹੈ। ਇੱਥੇ ਇਤੀ ਕਹੀਏ ਉਹਦੀ ਸਮਾਪਤੀ ਹੈ। ਪਹਿਲੇ ਅਧਿਆਏ ਦੀ ਸ੍ਰੀ ਕਾਲ ਜੋ ਸੋਭਾ ਵਾਲਾ ਵਾਹਿਗੁਰੂ ਮਹਾਕਾਲ ਹੈ, ਜੋ ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾ ਤੇ ਜਗ ਡਾਲਾ। ਜਿਹਦਾ ਨਾਮ ਇੱਕ ਕਾਲ ਵੀ ਹੈ, ਉਹ ਸੋਭਾ ਵਾਲੇ ਕਾਲ ਜੀ ਦੀ ਉਸਤਤ ਹੈ। ਜਾਂ ਸ੍ਰੀ ਨਾਮ ਸ਼ਕਤੀ ਦਾ ਹੈ, ਜੋ ਮਹਾਨ ਸ਼ਕਤੀ ਕਾਲ ਕਹੀ ਸਭ ਦਾ ਕਾਲ ਕਰਨ ਵਾਲੀ ਹੈ, ਸੰਘਾਰ ਕਰਨ ਵਾਲੀ ਹੈ, ਮਾਰਨ ਵਾਲੀ ਹੈ, ਉਸ ਦੀ ਉਸਤਤ ਹੈ ਉਸ ਸ਼ਕਤੀ ਦੀ। ਜਿਹੜਾ ਵੀ ਸ੍ਰੀ ਜੋ ਸ਼ਕਤੀ ਮਹਾਨ ਸ਼ਕਤੀ ਵਾਲਾ ਕਾਲ ਵਾਹਿਗੁਰੂ ਹੈ, ਉਹਦੀ ਉਸਤਤ ਇਸ ਪ੍ਰਥਮ ਅਧਿਆਏ ਪਹਿਲੇ ਅਧਿਆਏ ਵਿੱਚ ਸੰਪੂਰਨ ਇਹ ਸੰਪੂਰਨ ਹੋਈ ਹੈ। ਸ਼ੁਭ ਮਸਤ ਚੰਗੀ ਤਰ੍ਹਾਂ, ਮਸਤ ਇਸ ਹੁੰਦਾ ਉਂਝ ਬੋਲਣ ਵਿੱਚ ਐੜਾ ਹੁੰਦਾ ਹੈ। ਸ਼ੁਭ ਅਸਤ ਵੀ ਚੰਗੀ ਤਰ੍ਹਾਂ ਪੂਰਾ ਹੋਇਆ। ਸੰਸਕ੍ਰਿਤ ਦਾ ਇਹ ਨਿਯਮ ਹੈ ਇੱਕ ਕਿ ਜਿੱਥੇ ਉਹ ਐੜਾ ਹੁੰਦਾ ਉੱਥੇ ਮੰਮਾ ਲਿਖਦੇ, ਇੱਕ ਉਹਨਾਂ ਦਾ ਨਿਯਮ ਹੈ। ਉਂਝ ਬੋਲਣ ਵਿੱਚ ਐੜਾ ਸ਼ੁਭ ਅਸਤ ਅਤੇ ਲਿਖਣ ਵਿੱਚ ਸ਼ੁਭ ਮਸਤ, ਜਿਵੇਂ ਆਪਾਂ ਪੜ੍ਹ ਰਹੇ ਹਾਂ। ਵੀ ਇੱਥੇ ਚੰਗੀ ਤਰ੍ਹਾਂ ਪਹਿਲਾ ਅਧਿਆਏ ਜਿਹੜਾ ਸ੍ਰੀ ਬਚਿੱਤਰ ਨਾਟਕ ਗ੍ਰੰਥ ਦਾ ਪਹਿਲਾ ਅਧਿਆਏ ਇਤੀ ਕਹੀ ਇੱਥੇ ਸਮਾਪਤੀ ਹੈ। ਅਫਜੂ ਦਾ ਅਰਥ ਮੁੱਖ ਅਰਥ ਇੱਕ ਤਾਂ ਹੈ ਬਾਕੀ, ਹੋਰ ਦੂਸਰਾ ਅਰਥ ਬਾਕੀ, ਹੋਰ ਵਿਸ਼ੇਖ, ਸ਼ੇਖ ਦਾ ਅਰਥ ਵੀ ਬਾਕੀ ਹੁੰਦਾ ਹੈ। ਅਦਕ ਇਹ ਜਿਹੜਾ ਵਿਸ਼ੇਸ਼ ਇੱਕ ਬਚਿੱਤਰ ਨਾਟਕ ਗ੍ਰੰਥ ਦਾ ਇੱਕ ਵਿਸ਼ੇਸ਼ ਅਧਿਆਏ ਹੋ ਚੁੱਕਾ ਹੈ। ਅੱਗੇ ਵਿਸ਼ੇਸ਼ ਅਧਿਆਏ ਬਹੁਤਾ ਬਾਕੀ ਹੈ, ਹੋਰ ਬਾਕੀ ਹੈ। ਅਫਜੂ ਦਾ ਅਰਥ ਹੁੰਦਾ ਹੈ ਜੋੜ ਵੀ ਇੱਥੇ ਪਹਿਲਾ ਅਧਿਆਏ ਜਿਹੜਾ ਸਮਾਪਤ ਹੋਇਆ, ਜਿਹਦੀਆਂ 101 ਪੌੜੀਆਂ ਹੋ ਗਈਆਂ ਹਨ। ਅਫਜੂ ਦਾ ਅਰਥ ਇਹ ਵੀ ਹੈ ਵੀ ਇੱਕ ਅਧਿਆਏ ਹੋ ਚੁੱਕਾ, ਜੇ ਬਾਕੀ ਖਾਸ ਜਿਹੜਾ ਬਚਿੱਤਰ ਨਾਟਕ ਗ੍ਰੰਥ ਦਾ ਹਿੱਸਾ ਹੋਰ ਪਿਆ ਹੈ। ਪਹਿਲਾ ਅਧਿਆਏ ਸਤਿਗੁਰੂ ਜੀ ਨੇ ਤੇ ਸਮਾਪਤ ਕੀਤਾ ਹੈ। ਜਿਸ ਅਧਿਆਏ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ ਹੈ। ਅਕਾਲ ਪੁਰਖ ਦੀ ਉਸਤਤ ਦੇ ਨਾਲ ਨਾਲ ਹੀ ਆਪ ਜੀ ਨੇ ਸਤਿਗੁਰੂ ਜੀ ਨੇ ਸ਼ਸਤਰਾਂ ਦੀ ਵੀ ਜਿਹੜੀ ਮਹਿਮਾ ਵਰਣਨ ਕੀਤੀ ਹੈ। ਅਤੇ ਗੁਰੂ ਮਹਾਰਾਜ ਜੀ ਨੇ ਉਸ ਪ੍ਰਭੂ ਨੂੰ ਇੱਕ ਬਹਾਦਰ ਸੂਰਮਾ, ਖੜਗ ਧਾਰੀ, ਧਨੁਸ਼ ਧਾਰੀ ਰੂਪ ਵਿੱਚ ਦੱਸਿਆ ਹੈ। ਜ਼ੁਲਮ ਰਾਜ ਦੀਆਂ ਜੜ੍ਹਾਂ ਕੱਟਣ ਵਾਲਾ, ਆਪ ਸ਼ਸਤਰਾਂ ਸ਼ਕਤੀ ਦੀ ਵਰਤੋਂ ਕਰਨ ਵਾਲਾ, ਸਭ ਸਾਧਨਾਂ ਤੋਂ ਉੱਤਮ ਸਾਧਨ ਸਤਿਗੁਰੂ ਜੀ ਕਹਿੰਦੇ ਹਨ। ਆਪ ਨੇ ਖਾਲਸਾ ਪੰਥ ਦੀ ਰਚਨਾ ਕਰਕੇ ਸਿੰਘਾਂ ਨੂੰ ਸ਼ਸਤਰ ਧਾਰੀ, ਸੰਤ ਸਿਪਾਹੀ ਬਣਨ ਦਾ ਹੁਕਮ ਦਿੱਤਾ ਅਤੇ ਗੁਰੂ ਮਹਾਰਾਜ ਸ਼ਸਤਰਾਂ ਨੂੰ ਆਪਣਾ ਇਸ਼ਟ ਮੰਨਦੇ ਹੋਏ ਸਭ ਸ਼ਸਤਰਾਂ ਨੂੰ ਨਮਸਕਾਰ ਕਰਦੇ ਹੋਏ ਸ਼ਸਤਰ ਨਾਮ ਮਾਲਾ ਬਾਣੀ ਵੀ ਬੜੀ ਵਿਸਥਾਰ ਨਾਲ ਲਿਖੀ ਸੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੀ, ਜੋ ਪਹਿਲੇ ਅਧਿਆਏ ਵਿੱਚ ਹੀ ਲਿਖਿਆ ਗੁਰੂ ਜੀ ਨੇ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ, ਪੀਰ ਤੁਹੀਂ ਸਹਿਥੀ ਤੁਹੀਂ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਵਤ ਭਾਰ, ਕਾਲ ਤੁਹੀਂ ਕਾਲੀ ਤੁਹੀਂ ਤੇਗਰ ਤੀਰ, ਤੁਹੀਂ ਨਿਸ਼ਾਨੀ ਜੀਤ ਕੀ ਆਜ ਤੁਹੀਂ ਜਗਬੀਰ। ਜਿਵੇਂ ਸਤਿਗੁਰੂ ਜੀ ਨੇ ਰਾਮ ਤੁਹੀਂ ਕ੍ਰਿਸ਼ਨ ਤੁਹੀਂ ਬਿਸ਼ਨ ਰੂਪ, ਗੁਰੂ ਜੀ ਨੇ ਬੜੀ ਉਸਤਤ ਕੀਤੀ ਉੱਥੇ। ਅਤੇ ਮਹਾਰਾਜ ਜੀ ਨੇ ਸ਼ਸਤਰਾਂ ਨੂੰ ਬੜਾ ਮਹਾਨ ਦੱਸਿਆ ਹੈ ਵੀ ਇਹ ਸਾਡੇ ਪੀਰ ਹਨ। ਸਿੰਘਾਂ ਨੂੰ ਤਾਂ ਹੀ ਸ਼ਸਤਰ ਧਾਰੀ ਗੁਰੂ ਜੀ ਨੇ ਬਣਾਇਆ, ਸ੍ਰੀ ਸਾਹਿਬ ਬਖਸ਼ੀ ਹੈ। ਇਹ ਬੜੀ ਵੱਡੀ ਗੁਰੂ ਕੀ ਮਹਾਰਾਜ ਦੀ ਦਾਤ ਹੈ। ਬਿਨਾਂ ਸ਼ਸਤਰ ਨਰੰਗ ਭੇਡ ਜਾਨੋ, ਗੁਰੂ ਜੀ ਕਹਿੰਦੇ ਹੈ ਬਿਨਾਂ ਕੇਸੰਗ ਸ਼ਸਤਰਾਂ ਤੋਂ ਬਿਨਾਂ, ਕੇਸਾਂ ਤੋਂ ਬਿਨਾਂ ਭੇਡ ਹੀ ਜਾਣ ਲਓ ਬੰਦੇ ਨੂੰ। ਜੇ ਕੋਈ ਸ਼ਸਤਰ ਨਹੀਂ ਹੈਗਾ, ਸ੍ਰੀ ਸਾਹਿਬ ਨਹੀਂ ਹੈਗੀ ਜਾਂ ਕੇਸ ਨਹੀਂ ਹੈਗੇ, ਉਹ ਭੇਡ ਹੀ ਤੁਰੀ ਫਿਰਦੀ ਹੈ। ਜਿਵੇਂ ਭੇਡ ਨੂੰ ਕੰਨੋਂ ਫੜ ਕੇ ਜਿੱਦਾਂ ਮਰਜ਼ੀ ਲਾ ਲਓ, ਉਹਨੂੰ ਵੀ ਲਾ ਲਓ,
ਜਿਹੜੇ ਨਿਹੰਗ ਸਿੰਘ ਪੂਰੇ ਸ਼ਸਤਰ ਧਾਰੀ ਹੈ ਅਤੇ ਸਾਧ ਸੰਗਤ ਜੀ ਉਹਨਾਂ ਤੋਂ ਫਿਰ ਲੋਕ ਡਰਦੇ ਹੈ ਅਤੇ ਨਾਲ ਦੀ ਨਾਲ ਕਹਿੰਦੇ ਜੀ ਉਹ ਤਾਂ ਪਾਗਲ ਹੀ ਹੈ, ਐਵੇਂ ਮਾਰ ਦੂਗਾ। ਅਸਲ ਵਿੱਚ ਉਹ ਪਾਗਲ ਨਹੀਂ, ਜਿਹੜੀ ਹੱਥ ਵਿੱਚ ਫੜੀ ਸ੍ਰੀ ਸਾਹਿਬ ਉਹ ਪਾਗਲ ਦੱਸਦੀ ਇਹਨਾਂ ਨੂੰ, ਉਹ ਤੋਂ ਬੜਾ ਡਰ ਆਉਂਦਾ ਹੈ। ਪਰ ਸਮਝਦੇ ਨਹੀਂ ਹੈ ਅਸਲ ਰੂਪ ਵਿੱਚ ਗੁਰੂ ਮਹਾਰਾਜ ਜੀ ਨੇ ਤੇ ਭਾਈ ਨੰਦ ਲਾਲ ਜੀ ਨੇ ਇਹੀ ਬੋਲਿਆ ਹੈ, ਦੱਸਿਆ ਹੈ ਆਪਣੇ ਰਹਿਤਨਾਮਿਆਂ ਵਿੱਚ, ਖਾਲਸਾ ਸੋਏ ਜੋ ਸ਼ਸਤਰ ਕੋ ਧਾਰੈ, ਖਾਲਸਾ ਸੋਏ ਦੁਸ਼ਟ ਕੋ ਮਾਰੈ, ਖਾਲਸਾ ਸੋਏ ਜੋ ਚੜ੍ਹੈ ਤਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਜਿਹੜਾ ਜੰਗ ਕਰਦਾ ਖਾਲਸਾ ਅਤੇ ਜਿਹੜਾ ਘੋੜੇ 'ਤੇ ਚੜ੍ਹਨਾ ਜਾਣਦਾ ਹੈ, ਇਸੇ ਤਰ੍ਹਾਂ ਸ਼ਸਤਰ ਧਾਰੀ ਹੈ, ਦੁਸ਼ਟਾਂ ਨੂੰ ਮਾਰਦਾ, ਧਰਮ ਦੇ ਵਿਰੋਧੀਆਂ ਦੇ ਨਾਸ਼ ਕਰਦਾ, ਉਹ ਅਸਲ ਖਾਲਸਾ ਹੈ। ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਜਿਹੜਾ ਇਸੇ ਤਰ੍ਹਾਂ ਸੂਰਬੀਰ ਬਣਾਉਣ ਲਈ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ, ਧਰਮ ਦੀ ਲੜਾਈ ਲੜਨ ਵਾਸਤੇ। ਇੱਥੇ ਪਹਿਲਾ ਅਧਿਆਇ ਜਿਹੜਾ ਸਮਾਪਤ ਹੋ ਗਿਆ ਹੈ। ਅੱਗੇ ਮਹਾਰਾਜ ਦੂਸਰੇ ਅਧਿਆਇ ਵਿੱਚ ਫਿਰ ਜਿਵੇਂ ਉਸਤਤ ਕਰਨਗੇ ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਹੀ ਜਿਹੜੀ ਕਥਾ ਵਿਚਾਰ ਆਪਾਂ ਸਰਵਣ ਸਮਾਪਤੀ ਕਰੀਏ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਬਾਣੀ, ਗੁਰੂ ਸੱਚੇ ਪਾਤਸ਼ਾਹ ਸੰਗਤ ਬਖਸ਼ਣ ਵਾਲੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਸਰਸਵਤੀ ਬਪਤਾ ਕਰਕੇ ਜਗ ਕੋਟ ਗਣੇਸ਼ ਕਾ ਹਾਥ ਲਿਖਾ ਹੋ, ਕਾਲ ਕਿਰਪਾਨ ਬਿਨਾ ਬਿਨਤੀ, ਨਾ ਤੋ ਤੁਮ ਕੋ ਪ੍ਰਭ ਨਾ ਕਰ ਜਾਹੋ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤ ਪ੍ਰਥਮ ਧਿਆਏ ਸੰਪੂਰਨ ਸੁਭ ਮਸਤ ਅਫਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।